ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ, ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਗੱਲਬਾਤ ਅਸੀਂ ਕਰਾਂਗੇ ਕਿ ਕਿਸਾਨਾਂ ਦੇ ਅੰਦੋਲਨ ਦੇ ਉੱਤੇ ਲਖੀਮਪੁਰ ਦੇ ਵਿੱਚ ਜੋ ਘਟਨਾ ਵਾਪਰੀ, ਉਸ ਤੋਂ ਬਾਅਦ ਸਿਆਸਤ ਜਿਹੜੀ ਲਗਾਤਾਰ ਭਾਰੂ ਹੁੰਦੀ ਨਜ਼ਰ ਆਈ। ਹਰ ਕੋਈ ਏਦਾਂ ਕਹਿ ਲਓ ਕਿ ਵੋਟ ਬਟੋਰੂ ਸਿਆਸਤ ਦੇ ਤਹਿਤ ਜਾ ਕੇ ਹਾਜ਼ਰੀਆਂ ਲਗਵਾ ਰਿਹਾ, ਭਾਵੇਂ ਉਹ ਕਾਂਗਰਸ ਵਾਲੇ ਹੋਣ, ਭਾਵੇਂ ਅਕਾਲੀ ਦਲ ਵਾਲੇ ਹੋਣ, ਭਾਵੇਂ ਕਿਸੇ ਵੀ ਪਾਰਟੀ ਦੇ ਨਾਲ ਲੋਕਲ ਉੱਥੋਂ ਦੀਆਂ ਜਿੰਨੀਆਂ ਸਿਆਸੀ ਪਾਰਟੀਆਂ ਨੇ, ਖੇਤਰੀ ਪਾਰਟੀਆਂ ਨੇ, ਉਹ ਸਾਰੀਆਂ ਹੋਣ, ਤਕਰੀਬਨ ਸਾਰੀਆਂ ਦਾ ਰਾਹ ਜਿਹੜਾ ਉਹ ਲਖੀਮਪੁਰ ਵੱਲ ਨੂੰ ਜਾਂਦਾ 2022 ਦੀਆਂ ਚੋਣਾਂ ਦੇ ਜ਼ਰੀਏ ਦਿਖ ਰਿਹਾ। ਤੇ ਦੂਜੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ, ਉੱਥੇ ਯੋਗੀ ਸਰਕਾਰ ਦੀ ਚੰਗੀ ਝਾੜ ਝੰਬ ਕੀਤੀ ਗਈ ਆ, ਉਹਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਹਾਲਾਂਕਿ ਯੋਗੀ ਸਾਹਿਬ ਹੋਣਾ ਦੀ ਇੱਕ ਇੰਟਰਵਿਊ ਜਿਹੜੀ ਹੈ ਇੱਕ ਨਿੱਜੀ ਚੈਨਲ ਤੇ ਚੱਲ ਰਹੀ ਹੈ, ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ। ਉਧਰਲੇ ਪਾਸੇ ਜਿਹੜਾ ਮੁਲਜ਼ਮ ਜਿਹਤੇ ਇਲਜ਼ਾਮ ਲੱਗਦੇ ਨੇ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਪੁੱਤਰ ਹੈ ਆਸ਼ੀਸ਼ ਮਿਸ਼ਰਾ, ਉਹਦੇ ਪਿਤਾ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਇਹ ਕਹਿਣਾ ਕਿ ਛੇਤੀ ਮੇਰਾ ਪੁੱਤਰ ਜਿਹੜਾ ਉਹ ਸਾਹਮਣੇ ਪੇਸ਼ ਹੋਏਗਾ ਜਾਂਚ ਏਜੰਸੀ ਤੇ। ਦੂਜੀ ਵਾਰੀ ਫਿਰ ਨੋਟਿਸ ਉਹਨਾਂ ਦੇ ਘਰ ਦੇ ਬਾਹਰ ਚਿਪਕਾ ਦਿੱਤਾ ਗਿਆ। ਹਾਲਾਂਕਿ ਦਿਨ ਭਰ ਚਰਚਾ ਚੱਲਦੀ ਰਹੀ ਕਿ ਉਹਦੀ ਲੋਕੇਸ਼ਨ ਜਿਹੜੀ ਹੈ ਮੁਲਜ਼ਮ ਦੀ ਉਹ ਨੇਪਾਲ ਦੀ ਆ ਰਹੀ ਹੈ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਢੰਗ ਦੇ ਨਾਲ ਲਖੀਮਪੁਰ ਨੂੰ ਸਿਆਸੀ ਅਖਾੜਾ ਬਣਾ ਦਿੱਤਾ ਗਿਆ, ਜਦਕਿ ਜਿਹੜੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਬੈਠੇ ਨੇ ਉਹਨਾਂ ਤੱਕ ਕਿਸੇ ਵੀ ਸਿਆਸੀ ਲੀਡਰ ਨੇ ਉਸ ਪੱਧਰ ਦੀ ਪਹੁੰਚ ਨਹੀਂ ਕੀਤੀ ਜਿੰਨੀ ਹੁਣ ਕਾਲੀ ਕਾਲੀ ਜਿਹੜੀ ਹੈ ਉਹ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਹਨਾਂ ਦੇ ਨਾਲ ਹਮਦਰਦੀ ਜਤਾਉਣ ਦੇ ਲਈ ਜਾ ਰਹੇ ਨੇ, ਜਾਂ ਜਾਣਾ ਵੀ ਚਾਹੀਦਾ। ਨਾਲੋਂ ਨਾਲ ਖਬਰ ਇਹ ਵੀ ਹੋਏਗੀ ਕਿ 3000 ਕਿਲੋ ਜਿਹੜੀ ਹੈਰੋਇਨ ਬਰਾਮਦ ਹੋਈ ਸੀ ਅਡਾਨੀ ਦੀ ਬੰਦਰਗਾਹ ਤੋਂ, ਉਸ ਨੂੰ ਲੈ ਕੇ ਉਸ ਪੱਧਰ ਤੇ ਨੈਸ਼ਨਲ ਮੀਡੀਆ ਤੇ ਚਰਚਾ ਨਹੀਂ ਹੋਈ ਜਿਵੇਂ ਹੋਣੀ ਚਾਹੀਦੀ ਸੀ। ਪਰ ਇੱਧਰ ਪੰਜਾਬ ਦੇ ਵਿੱਚ ਅੰਮ੍ਰਿਤਸਰ ਜਿਹੜਾ ਬਾਰਡਰ ਏਰੀਆ ਆ, ਉੱਥੇ ਅਨਵਰ ਮਸੀਹ ਜਿਹੜਾ ਸਾਬਕਾ ਅਕਾਲੀ ਆਗੂ ਹੈ, ਉਹਦੇ ਘਰ-ਬਾਰ ਤੇ ਛਾਪਾ ਮਾਰਿਆ ਗਿਆ। ਇਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ। ਜੀ ਸ਼ੁਕਰੀਆ। ਪ੍ਰੋਫੈਸਰ ਕਿੱਦਾਂ ਦੇਖਦੇ ਹੋ ਇਸ ਵੋਟਾਂ ਦੀ ਸਿਆਸਤ ਨੂੰ, ਕਿ ਕਿਸਾਨਾਂ ਦੀਆਂ ਲਾਸ਼ਾਂ ਦੇ ਉੱਤੇ ਕਹਿ ਸਕਦੇ ਆ ਸਿਆਸਤ ਹੋ ਰਹੀ ਹੈ? ਦੇਖੋ, ਇਸ ਚੀਜ਼ ਨੂੰ ਜੇ ਅਸੀਂ ਪੂਰੀ ਗਹਿਰਾਈ ਨਾਲ ਨਹੀਂ ਸਮਝਾਂਗੇ ਤਾਂ ਫਿਰ ਬਾਰ-ਬਾਰ ਅਸੀਂ ਭਾਵੇਂ ਜਿੰਨੇ ਮਰਜ਼ੀ ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ, ਇਨਸਾਫ ਦੀ ਗੱਲ ਕਰੀਏ, ਜਾਂ ਹੋਰ ਜੋ ਵੀ ਆਪਾਂ ਬਾਰ-ਬਾਰ ਸਾਡੇ ਮਨ ਦੇ ਵਿੱਚ ਆਉਂਦਾ ਕਿ ਇਹ ਮੋਰਲ ਕੁਐਸਚਨ ਹੈ, ਨੈਤਿਕ ਕੁਐਸਚਨ ਹੈ, ਉਹਦੀ ਕਾਨੂੰਨਨ ਗੱਲਾਂ ਕਰੀ ਜਾਈਏ, ਉਹਦੇ ਚੋਂ ਨਿਕਲਦਾ ਕੁਛ ਨਹੀਂ। ਸਾਨੂੰ ਅੱਜ ਦੀ ਗੱਲ ਮੈਂ ਇੱਥੋਂ ਸ਼ੁਰੂ ਕਰਦਾ ਕਿ ਅੱਜ ਦੀ ਜਿਹੜੀ ਸੁਪਰੀਮ ਕੋਰਟ ਦੀ ਹੀਅਰਿੰਗ ਸੀ, ਪਹਿਲਾਂ ਕੱਲ ਪਈ, ਫਿਰ ਉਹਨਾਂ ਨੇ ਅੱਜ ਤੇ ਪਾਈ। ਉਹਨਾਂ ਨੇ ਕਿਹਾ ਕਿ ਤੁਸੀਂ ਸਾਰਾ ਆਪਣਾ ਰਿਕਾਰਡ ਲੈ ਕੇ ਆਓ, ਤੁਸੀਂ ਕੀ ਕੀਤਾ ਅਜੇ ਤੱਕ। ਅੱਜ ਉਹਨਾਂ ਨੇ ਸਾਰਾ ਰਿਕਾਰਡ ਦਿੱਤਾ। ਉਹਦੇ 'ਚ ਦੱਸਿਆ ਕਿ ਅਜੇ ਤੱਕ ਉਹ ਜਿਹੜਾ ਮੇਨ ਬੰਦਾ ਆਸ਼ੀਸ਼ ਜਿਹੜਾ ਮਿਸ਼ਰਾ, ਉਹ ਜਿਹੜਾ ਮਿਨਿਸਟਰ ਆਫ ਸਟੇਟ ਹੋਮ ਅਫੇਅਰਸ ਦੇ ਜਿਹੜੇ ਹੈਗੇ, ਉਹਨਾਂ ਦਾ ਬੱਚਾ ਹੈਗਾ, ਉਹਨਾਂ ਦਾ ਬੇਟਾ ਹੈਗਾ, ਅਜੇ ਮਿਸ਼ਰਾ ਜੀ ਦਾ ਬੇਟਾ ਹੈਗਾ, ਉਹਨੂੰ ਅਜੇ ਤੱਕ ਕਿਉਂ ਨਹੀਂ ਫੜਿਆ, ਕਿਸ ਤਰ੍ਹਾਂ, ਸਾਰੀ ਗੱਲ ਉਹਨਾਂ ਨੇ ਪੁੱਛੀ। ਔਰ ਉਹਦੇ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੀ ਵੀ ਤੁਸੀਂ ਐਕਸਪਲੇਨੇਸ਼ਨ ਸਾਨੂੰ ਲਿਖਤੀ ਤੌਰ ਤੇ ਦਿੱਤੀ ਆ, ਅਸੀਂ ਉਹਦੇ ਤੋਂ ਬਹੁਤ ਸੰਤੁਸ਼ਟ ਨਹੀਂ ਆ, ਤੁਹਾਨੂੰ ਬਹੁਤ ਕੁਝ ਹੋਰ ਕਰਨਾ ਚਾਹੀਦਾ। ਜਾਣੀ ਹਲਕੇ ਢੰਗ ਦੀਆਂ ਫਿਟਕਾਰਾਂ ਤੇ ਝਾੜ ਪਾਈ ਹੈ। ਸਵਾਲ ਸਾਰਾ ਅਗਲਾ ਅੱਜ ਮੀਡੀਆ ਦੇ ਵਿੱਚ ਵੀ ਸਾਰੇ ਲੋਕਾਂ ਦੇ ਮਨਾਂ 'ਚ ਆ ਰਿਹਾ ਕਿ ਕੀ ਇਸ ਜਿਹੜਾ ਨਰਸਿੰਘਾਰ ਹੋਇਆ ਜਾਂ ਜਿਹੜਾ ਕਤਲੇਆਮ ਦਿਨ ਦਿਹਾੜੇ ਕੁਚਲ ਕੇ ਜੀਪਾਂ ਦੇ ਥੱਲੇ ਕੀਤਾ ਗਿਆ, ਉਸ ਨੂੰ ਤੁਸੀਂ ਇੱਕ ਆਮ ਕੇਸ ਵਾਂਗੂ ਜਾਂ ਤੁਸੀਂ ਇੱਕ ਆਮ ਰੂਟੀਨ ਮਰਡਰ ਕੇਸ ਵਾਂਗੂ ਲਓਗੇ ਤੁਸੀਂ, ਜਾਂ ਇਸ ਨੂੰ ਇੱਕ ਬਹੁਤ ਵੱਡੇ ਸਮੁਦਾਇ ਦੇ ਵਿਰੁੱਧ ਵੱਡੀ ਇੱਕ ਸਾਜ਼ਿਸ਼ ਜਿਹਦੇ ਵਿੱਚ ਵੋਟਾਂ ਦਾ ਕੋਈ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਗਈ ਹੋਵੇ, ਉਸ ਪਾਸੇ ਨੂੰ ਵੀ ਲਓਗੇ? ਇਸ ਲਈ ਇਸ ਨੂੰ ਸੁਪਰੀਮ ਕੋਰਟ ਦੀ ਜੋ ਅਸੀਂ ਉਮੀਦ ਲਾਈ ਬੈਠੇ ਸੀ, ਪਹਿਲਾਂ ਤੇ ਇਹ ਸੂਓ ਮੋਟੋ ਹੈ ਨਹੀਂ ਹੈ, ਇਹ ਗੱਲ ਸਾਫ਼ ਹੋ ਗਈ ਹੈ। ਉਹਨੂੰ ਕਹਿ ਰਹੇ ਆ, ਅਸਲ ਵਿੱਚ ਤੇ ਦੋ ਵਕੀਲਾਂ ਨੇ ਕਿਹਾ ਸੀਗਾ ਕਿ CBI ਦੀ ਜਾਂਚ ਕਰਾਈ ਜਾਏ, ਉਹਦੇ ਤੋਂ ਉਹਨਾਂ ਨੇ ਗੱਲ ਚੱਲਦੀ ਅੱਗੇ ਚੱਲੀ ਹੈ। ਪਰ ਜੋ ਵੀ ਹੋਵੇ, ਉਮੀਦ ਇਹ ਲਾਈ ਜਾਂਦੀ ਸੀ ਕਿ ਸ਼ਾਇਦ ਜਿਵੇਂ ਸੰਯੁਕਤ ਕਿਸਾਨ ਮੋਰਚੇ ਨੇ ਇਹ ਕਿਹਾ ਕਿ ਉਹ ਫਟਕਾਰ ਪਾ ਕੇ ਘੱਟੋ ਘੱਟ ਕੁਝ ਕੇਸ ਨੂੰ ਆਪਣੇ ਤੌਰ ਤੇ ਵੀ ਅੱਗੇ ਤੋਰ ਦੇ। ਉਹ ਦੋ ਤਰੀਕੇ ਨਾਲ ਤੋਰਿਆ ਜਾ ਸਕਦਾ ਸੀ। ਇੱਕ ਤੇ ਕਹਿੰਦੇ ਕਿ ਜੋ ਹਾਲਾਤ ਸੁਪਰੀਮ ਕੋਰਟ ਕਹਿ ਸਕਦੀ ਹੈ, ਜੋ ਹਾਲਾਤ ਸਾਨੂੰ ਦੇਖਣ ਨੂੰ ਮਿਲ ਰਹੇ ਆ, ਉਸੇ ਹੀ ਪਾਰਟੀ ਦੀ ਸਰਕਾਰ ਆ, ਯੋਗੀ ਦੀ ਸਰਕਾਰ ਆ, ਉੱਥੇ ਮਜ਼ਬੂਤ ਸਰਕਾਰ ਆ, ਅਗਾਂਹ ਚੋਣਾਂ ਆ ਰਹੀਆਂ, ਔਰ ਜਿਹੜਾ ਅਜੇ ਮਿਸ਼ਰਾ ਹੋਮ ਮਿਨਿਸਟਰ, ਸਟੇਟ ਹੋਮ ਮਿਨਿਸਟਰ, ਕੇਂਦਰੀ ਸਰਕਾਰ ਚ ਹੋਣ ਕਰਕੇ
ਇਹ ਕਿਵੇਂ ਪੋਸੀਬਲ ਹੈ ਕਿ ਤੁਸੀਂ ਉੱਥੇ ਕਿਸੇ ਕਿਸਮ ਦੀ ਬਿਲਕੁਲ ਜਾਇਜ਼ ਕਿਸਮ ਦੀ ਅਸਲੀਅਤ ਨੂੰ ਸਾਹਮਣੇ ਲੈ ਕੇ ਆਓਗੇ, ਜੋ ਸਚਾਈ ਆ ਉਹ ਸਾਹਮਣੇ ਆਊਗੀ। ਪੁਲਿਸ ਉਹਨਾਂ ਦੇ ਅੰਡਰ ਆ, ਕਾਨੂੰਨ ਸਾਰਾ ਉਹਨਾਂ ਦੇ ਕੋਲ ਆ, ਔਰ ਜਿਹੋ ਜਿਹਾ ਯੂਪੀ 'ਚ ਜਿਸ ਢੰਗ ਨਾਲ ਸੁਖਵਿੰਦਰ ਸਰਕਾਰਾਂ ਚੱਲਦੀਆਂ, ਜਿਸ ਕਿਸਮ ਦੇ ਦਬਾਅ ਥੱਲੇ ਸਾਰਾ ਕੰਮ ਹੁੰਦਾ, ਉਹ ਤੇ ਪੁਲਿਸ ਨੂੰ ਇੱਕ ਨਿੱਜੀ ਆਰਮੀ ਸਮਝਦੇ ਆ, ਨਿੱਜੀ ਜਿਸ ਕਿਸਮ ਦੀ, ਉਹਨਾਂ ਦੇ ਕੋਈ ਕਾਨੂੰਨ ਦੇ ਤਹਿਤ ਨਹੀਂ ਚੱਲਣ ਵਾਲੀ, ਜਿਸ ਤਰ੍ਹਾਂ ਉਹ ਚਲਾਉਣਗੇ ਉਂਝ ਉਹ ਹੁਕਮ ਦੀ ਕਰਨਗੇ। ਨਹੀਂ ਤੇ ਤੁਸੀਂ ਦੇਖ ਲਓ ਕਿ ਜਿਵੇਂ ਟਕਾਇਆ ਤੇ ਕੁਝ ਬੰਦਿਆਂ ਨੂੰ 8-9 ਬੰਦਿਆਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਨੂੰ ਤੇ ਉੱਥੇ ਪਹੁੰਚਣ ਦਿੱਤਾ, ਪਰ ਬਾਕੀ ਕਿਸੇ ਨੂੰ ਵੀ ਇੰਨੇ ਦਿਨ ਉੱਥੇ ਪਹੁੰਚਣ ਤੇ ਰੋਕ ਲਾ ਕੇ ਰੱਖੀ, ਔਰ ਚੱਪਾ ਚੱਪਾ ਦੇ ਉੱਤੇ ਮਲਟੀ ਲੈਵਲ ਬੈਰੀਕੇਡਿੰਗ ਕੀਤੀ ਹੋਈ ਸੀਗੀ। ਚੱਪਾ ਚੱਪਾ ਦੇ ਉੱਤੇ ਤੁਸੀਂ ਪੁਲਿਸ ਨੂੰ, ਹੋਰ ਜਿਹੜੀਆਂ ਫੋਰਸਿਸ ਆ, ਸੈਂਟਰਲ ਫੋਰਸਿਸ ਆ, ਉਹਨਾਂ ਨੂੰ, ਪੈਰਾਮਿਲਟਰੀ ਫੋਰਸਿਸ, ਉਹਨਾਂ ਨੂੰ ਇਕੱਠਾ ਕਰਕੇ ਉੱਥੇ ਲਾਮਬੰਦੀ ਕੀਤੀ ਹੋਈ ਸੀ ਕਿ ਕਿਸੇ ਨੂੰ ਅਸੀਂ ਪਹੁੰਚਣ ਨਹੀਂ ਦੇਣਾ ਜਦ ਤੱਕ ਕ੍ਰਿਮੀਨੇਸ਼ਨ ਹੋ ਨਹੀਂ ਜਾਂਦੀ, ਜਦ ਤੱਕ ਸਾਰੇ ਦਾ ਸਾਰਾ ਕੇਸ ਨੂੰ ਜਿਹੜਾ ਖਤਮ ਉੱਥੇ ਉਸ ਕਿਸਮ ਦੇ ਜਿਹੜੇ ਅੱਗੇ ਲੋਕਾਂ ਦੀ ਭੜਕਾਟ ਜਾਂ ਲੋਕਾਂ ਦਾ ਜਮਾਵੜਾ ਇਕੱਠਾ ਹੋਣਾ ਸੀ, ਉਸ ਨੂੰ ਖਤਮ ਕਰਕੇ ਤੁਸੀਂ ਇੱਕ ਕਿਸਮ ਦਾ ਸਮਝੌਤਾ ਜਦ ਤੱਕ ਨਹੀਂ ਆ ਗਿਆ ਕਿ ਸਾਂਝੀ ਸੈਟਲਮੈਂਟ ਹੋ ਗਈ, ਇਹ ਜਵਾਬ ਸਰਕਾਰ ਕੋਲੋਂ ਨਹੀਂ ਆ ਗਿਆ, ਉਦੋਂ ਤੱਕ ਇਹ ਸਾਰੀ ਘੇਰਾਬੰਦੀ ਇੰਜ ਜਿਵੇਂ ਕਿਲ੍ਹਾਬੰਦੀ ਕੀਤੀ ਹੋਈ ਸੀ, ਚਿੜੀ ਨਹੀਂ ਸੀ ਫੜਕ ਸਕਦੀ। ਜਦੋਂ ਸਰਕਾਰ, ਪੁਲਿਸ, ਹੋਮ ਡਿਪਾਰਟਮੈਂਟ ਸਾਰੇ ਇਸ ਤਰੀਕੇ ਦਾ ਵਤੀਰਾ ਹੋਊਗਾ ਕਿ ਕੇਸ ਨੂੰ ਖਤਮ ਕਰਨਾ, ਫਿਰ ਕਿਹਨੇ ਫੜਨਾ, ਕਿਹਨੂੰ ਫੜਾਉਣਾ, ਕਿੱਥੇ ਇਨਸਾਫ ਮਿਲਣਾ? ਇਹ ਮੈਂ ਉਹਨਾਂ ਪਰਿਵਾਰਾਂ ਨੂੰ ਕੋਈ ਡਿਸਕਰੇਜ ਨਹੀਂ ਕਰ ਰਿਹਾ, ਮੈਂ ਉਹਨਾਂ ਨੂੰ ਨਿਰਉਤਸ਼ਾਹ ਨਹੀਂ ਕਰਨਾ ਚਾਹੁੰਦਾ ਕਿ ਇਸ ਦੇਸ਼ 'ਚ ਬਿਲਕੁਲ ਕੋਈ ਇਨਸਾਫ ਹੈ ਨਹੀਂ, ਪਰ ਜੋ ਹਾਲਾਤ ਸਾਡੇ ਸਾਹਮਣੇ ਨਜ਼ਰ ਆ ਰਹੇ ਆ ਉਹਦੇ ਤੋਂ ਅਸੀਂ ਬਿਲਕੁਲ ਮੁਨਕਰ ਵੀ ਹੋ ਕੇ ਨਹੀਂ ਰਹਿ ਸਕਦੇ। ਕੀ ਇਹ ਸਾਡੀ ਸੁਪਰੀਮ ਕੋਰਟ ਅੱਜ ਸੁਖਵਿੰਦਰ ਨਹੀਂ ਸੀ ਕਹਿ ਸਕਦੀ ਕਿ ਜੀ ਹੋਮ ਮਿਨਿਸਟਰ ਨੂੰ ਜੇ ਤੁਸੀਂ ਬਰਖਾਸਤ ਨਹੀਂ ਕਰਨਾ, ਪਰ ਘੱਟੋ ਘੱਟ ਉਹਨੂੰ ਕੁਛ ਦਿਨ ਲਈ ਛੁੱਟੀ ਤੇ ਹੀ ਭੇਜ ਦਿਓ, ਜਾਂ ਉਸ ਨੂੰ ਤੁਸੀਂ ਬਿਲਕੁਲ ਮਿਨੀਮਮ ਤੇ ਚਾਹੀਦਾ ਹੈ ਕਿ ਉਹਨੂੰ ਸਸਪੈਂਡ ਕਰੋ, ਤਾਂ ਕਿ ਉਹ ਕਿਸੇ ਵੀ ਤਰੀਕੇ ਦੀ ਇਹ ਸਾਰੀ ਤਹਿਕੀਕਾਤ ਨੂੰ ਪ੍ਰਭਾਵਿਤ ਨਾ ਕਰ ਸਕੇ। ਔਰ ਦੂਸਰਾ ਕਹਿੰਦੇ ਕਿ ਜਦੋਂ ਤੁਸੀਂ ਜੇ ਸੁਪਰੀਮ ਕੋਰਟ ਚਾਹੇ ਤੇ ਕਿਸੇ ਵੀ ਬੰਦੇ ਨੂੰ 4 ਘੰਟੇ 'ਚ ਫੜ ਕੇ ਕਹਿ ਸਕਦੀ ਹੈ ਕਿ ਹਾਜ਼ਰ ਕਰੋ। ਇਹਨਾਂ ਨੇ ਜੋ ਅਗਲੀ ਤਰੀਕ ਪਾਤੀ 10 ਦਿਨਾਂ ਦੇ ਬਾਅਦ ਦੀ, ਅੱਜ ਤੋਂ 10 ਦਿਨ ਬਾਅਦ ਦੁਬਾਰਾ ਦੱਸਿਓ ਕੀ ਹੈ, ਉਹਨਾਂ ਨੇ ਕਿਹਾ ਜੀ ਅਸੀਂ ਛੇਤੀ ਪੇਸ਼ ਕਰਦੇ ਹਾਂ। ਪੇਸ਼ ਹੋ ਜਾਣ ਨਾਲ ਇਨਸਾਫ ਮਿਲ ਜੂਗਾ, ਕਿਤੇ ਭੱਜੇ ਹੋਏ ਆ, ਕਿਤੇ ਗਏ ਹੋਏ ਆ, ਸਾਰੇ ਪੁਲਿਸ ਦੀ ਨਿਗਰਾਨੀ 'ਚ ਆ, ਪੁਲਿਸ ਉਹਨਾਂ ਨੂੰ ਦੇਖ ਰਹੀ ਹੈ, ਪੁਲਿਸ ਦੀ ਨਿਗਰਾਨੀ 'ਚ ਪੁਲਿਸ ਉਹਨਾਂ ਨੂੰ ਪ੍ਰੋਟੈਕਟ ਕਰ ਰਹੀ ਹੈ। ਤਾਂਹੀਏ ਤੇ ਉਹ ਕਿਤੇ ਕਿਸੇ ਦੇ ਮਤਲਬ ਆਏ ਨਹੀਂ ਪੁਲਿਸ ਤੱਕ। ਪੁਲਿਸ ਕੱਲ ਵੀ ਡੀਕਦੀ ਰਹੀ, ਅੱਜ ਵੀ ਡੀਕਦੀ ਰਹੀ, ਪੁਲਿਸ ਤੱਕ ਉਹ ਪਹੁੰਚੇ ਨਹੀਂ, ਪੁਲਿਸ ਡੀਕ ਰਹੀ ਆ ਉਹਨਾਂ ਨੂੰ। ਕੀ ਜੇ ਕਿਤੇ ਹੋਰ ਮਰਡਰ ਹੋਣ ਤੇ ਪੁਲਿਸ ਥਾਣੇ 'ਚ ਬੈਠੀ ਮਿੰਨਤਾਂ ਕਰਦੀ ਫਿਰਦੀ ਆ ਜਿਹੜਾ ਕਾਤਲ ਹੋਵੇ ਕਿ ਕਿਰਪਾ ਕਰਕੇ ਸਾਨੂੰ ਆਪਣੀ ਸ਼ਕਲ ਦਿਖਾ ਦਿਓ ਜੀ, ਅਸੀਂ ਬੇਵਾਸਿਆਂ। ਕੀ ਇਹ ਕੱਟੇ ਵੱਛੇ, ਮੱਝਾਂ, ਗਾਵਾਂ ਸਾਰੇ ਰਿਸ਼ਤੇਦਾਰ ਫੜ ਕੇ ਨਹੀਂ ਲੈ ਆਉਂਦੇ ਮਿੰਟਾਂ 'ਚ ਹੁੰਦੀ ਹੈ ਸਾਰੇ ਪਿੰਡਾਂ ਦੇ ਵਿੱਚ? ਆਪਾਂ ਨਹੀਂ ਜਾਣਦੇ ਹੈਗੇ, ਕਿਉਂਕਿ ਹਾਈ ਪ੍ਰੋਫਾਈਲ ਇੱਕ ਵੈਲ ਪਲੈਨਡ ਪਾਰਟੀ ਵੱਲੋਂ ਸੋਚੀ ਸਮਝੀ ਵੋਟਾਂ ਦੀ ਨੀਤੀ ਤਹਿਤ ਹਮਲਾ ਕੀਤਾ ਗਿਆ, ਔਰ ਇੱਕ ਜਿਸ ਨੂੰ ਟੈਰਰਿਸਟ ਅਟੈਕ ਕਿਹਾ ਐਡੀਟਰਸ ਗਿਲਡ ਆਫ ਇੰਡੀਆ ਨੇ ਕੱਲ, ਇਸ ਪੱਧਰ ਤੇ ਜਦੋਂ ਕੀਤਾ ਗਿਆ ਹੈ ਸੁਖਵਿੰਦਰ, ਤਾਂ ਫਿਰ ਉਸ ਦੇ ਵਿੱਚੋਂ ਲੋਕਾਂ ਨੂੰ ਇਨਸਾਫ ਮਿਲਣਾ, ਸਾਰੀ ਸਚਾਈ ਸਾਹਮਣੇ ਆਉਣੀ, ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਮਿਲਣੀਆਂ, ਜੋ ਕਿ ਹਰ ਪਰਿਵਾਰ ਦਾ ਮੈਂਬਰ ਜਿਨ੍ਹਾਂ ਦੇ ਜੀ ਗਏ ਹੈ ਉਹ ਉਮੀਦ ਲਾਈ ਬੈਠੇ ਆ, ਉਸ ਦੀ ਉਮੀਦ ਬੜੀ ਘਟ ਜਾਂਦੀ ਹੈ। ਜਿਹੜੀ ਤੁਸੀਂ ਦੂਜੀ ਗੱਲ ਕਹਿੰਦੇ ਹੋ ਕਿ ਪਾਰਟੀਆਂ ਜਿਹੜੀਆਂ ਖੇਖਣਬਾਜ਼ੀ ਕਰ ਰਹੀਆਂ, ਉਹਨਾਂ ਦੇ ਦੋਵੇਂ ਆਸਪੈਕਟ ਹੈਗੇ ਆ ਸੁਖਵਿੰਦਰ। ਇੱਕ ਤੇ ਚਲੋ ਵਿਰੋਧੀ ਪਾਰਟੀਆਂ ਜਿਸ ਤਰੀਕੇ ਨਾਲ ਦੇਸ਼ ਦੇ ਅੰਦਰ ਮਾਹੌਲ ਤਾਨਾਸ਼ਾਹੀ ਬਣ ਰਿਹਾ, ਇੱਕ ਬਹੁਤ ਹੀ ਲੋਕਾਂ ਨੂੰ ਭੈ ਦੇ ਥੱਲੇ ਜੀਣਾ ਔਰ ਡਰ ਦੇ ਥੱਲੇ ਜੀਣ ਲਈ ਮਜਬੂਰ ਕੀਤਾ ਜਾ ਰਿਹਾ, ਕਾਨੂੰਨ ਦੀ ਪ੍ਰੋਟੈਕਸ਼ਨ ਨਹੀਂ ਹੈ, ਲੋਕਾਂ ਨੂੰ ਕੋਈ ਕਿਸੇ ਕਿਸਮ ਦੀ ਕਾਨੂੰਨ ਦੀ ਛਤਰੀ ਕਿਤੇ ਨਜ਼ਰ ਨਹੀਂ ਆ ਰਹੀ, ਤੇ ਉਦੋਂ ਵੱਡੇ ਪੱਧਰ ਤੇ ਵਿਰੋਧੀ ਪਾਰਟੀਆਂ ਜਦੋਂ ਰੋਸ ਕਰਦੀਆਂ ਜਾਂ ਕਿਸ ਤਰ੍ਹਾਂ ਪ੍ਰੋਟੈਸਟ ਕਰਦੀਆਂ, ਤਾਂ ਉਹਦੇ ਨਾਲ ਲੋਕਾਂ ਨੂੰ ਥੋੜਾ ਬਹੁਤ ਸਹਾਰਾ, ਆਸਰਾ ਮਿਲਦਾ ਕਿ ਹਾਂ ਸਾਡੇ ਹੱਕ ਦੇ ਵਿੱਚ ਵੀ ਕੋਈ ਪਾਰਟੀ ਗੁਹਾਰ ਲਾ ਰਹੀ ਹੈ। ਪਰ ਨਾਲ ਹੀ ਲੋਕਾਂ ਨੂੰ ਪੂਰਨ ਭਰੋਸਾ ਨਹੀਂ ਸੁਖਵਿੰਦਰ। ਮੇਰੇ ਸਾਫ਼ ਇਹੀ ਪਾਰਟੀਆਂ, ਖਾਸ ਕਰ ਪੰਜਾਬ ਤੋਂ ਜਿਹੜੀਆਂ ਗਈਆਂ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ ਦਾ ਵਫਦ ਗਿਆ ਆ ਉੱਥੇ, ਸਾਰੀ ਦਿਹਾੜੀ ਟੀਵੀ ਤੇ ਆਉਂਦਾ ਰਿਹਾ, ਇਸੇ ਤਰੀਕੇ ਨਾਲ
ਵੱਡੇ ਪੱਧਰ ਤੇ ਵਾਹਵਾ ਜੁਮਲਾ ਜਾਂ ਕਾਫਲਾ ਲੈ ਕੇ ਇੱਥੋਂ ਗਏ। ਆਪਣੇ ਨਵਜੋਤ ਸਿੰਘ ਸਿੱਧੂ, ਪ੍ਰਿਯੰਕਾ ਤੇ ਸਭ ਤੋਂ ਪਹਿਲਾਂ ਪਹੁੰਚ ਗਈ, ਉਹ ਵੀ ਜਾ ਆਏ ਆ। ਹੁਣ ਜਿਹੜੇ ਸਾਡੇ ਪੰਜਾਬ ਤੋਂ ਗਏ ਆ, ਜੇ ਮੈਂ ਉਹਨਾਂ ਦੀ ਗੱਲ ਕਰਾਂ ਤੇ ਸਾਡੇ ਜਿਹੜੇ ਬਰਗਾੜੀ 'ਚ 2 ਨੌਜਵਾਨ ਕਤਲ ਪੁਲਿਸ ਨੇ ਕੀਤੇ ਸੀ। 2 ਸਰਕਾਰਾਂ ਬਦਲ ਗਈਆਂ, 1.5 ਸਾਲ ਰਹੀ ਅਕਾਲੀਆਂ ਦੀ, ਉਹਨਾਂ ਦੇ ਦੇਖ ਰੇਖ ਸਾਰਾ ਜਦੋਂ ਰਾਜ ਸੀ ਉਦੋਂ ਹੋਇਆ। ਤੇ ਕਿਵੇਂ ਸਬੂਤ ਮਿਟਾਏ ਗਏ, ਕਿਵੇਂ ਇੱਕ ਗੋਲੀਆਂ ਦੇ ਦਾਗ ਇੱਕ ਜੀਪ ਤੇ ਕਰਤੇ, ਕਿਵੇਂ ਉਹਨਾਂ ਦੇ ਜਿਹੜੇ ਸ਼ੈੱਲ ਸੀਗੇ ਉਹ ਵੀ ਗੋਲੀਆਂ ਵੀ ਜਿਹੜੀਆਂ ਬਦਲਣ ਦੀ ਕੋਸ਼ਿਸ਼ ਕੀਤੀ ਗਈ, ਸਾਰੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਤੇ ਅਕਾਲੀਆਂ ਦੀ ਸਰਕਾਰ ਸੀ, ਮਾਰੇ ਗਏ ਵੀ ਸਿੱਖ ਸੀ, ਫਿਰ ਕਿਉਂ ਨਹੀਂ ਉਦੋਂ ਇਨਸਾਫ ਮਿਲਿਆ? ਉਹਦਾ ਗੁੱਸਾ ਤੇ ਰੋਸ਼ ਇੰਨਾ ਜ਼ਿਆਦਾ ਸੀਗਾ। ਆਪਾਂ ਚੱਬੇ 'ਚ ਵੱਡੀ ਰੈਲੀ ਵੀ ਦੇਖੀ ਸੀ, ਹੋਰ ਸਾਰਾ ਪੰਜਾਬ ਜਿਹੜਾ ਐਨ ਸੜਕਾਂ ਤੇ ਉਸ ਵੇਲੇ ਸੀਗਾ। ਗੁੱਸੇ ਦਾ ਰੋਹ ਜਿਹੜਾ ਇੰਨਾ ਜ਼ਿਆਦਾ ਸੀਗਾ। ਪਰ ਹੁਣ ਜਿਹੜੀ ਦੂਜੀ ਪਾਰਟੀ ਆਈ, ਜਿਹੜੀ ਹੁਣ ਕਹਿ ਰਹੀ ਹੈ ਕਿ ਉੱਥੇ ਇਨਸਾਫ ਪੰਜਾਬੀਆਂ ਨੂੰ ਮਿਲਣਾ ਚਾਹੀਦਾ, ਉਹਨਾਂ ਨੇ ਕਿਉਂ ਨਹੀਂ ਕੀਤਾ ਹੁਣ ਤੱਕ? ਇਸ ਲਈ ਇਹਨਾਂ ਗੱਲਾਂ ਤੋਂ, ਇਹਨਾਂ ਦੇ ਇਸ ਕਿਰਦਾਰ ਤੋਂ ਸੁਖਵਿੰਦਰ, ਲੋਕਾਂ ਦਾ ਭਰੋਸਾ ਨਹੀਂ ਬਣਦਾ ਕਿ ਜਦੋਂ ਪਾਰਟੀਆਂ ਵਿਰੋਧ ਤੇ ਰੋਸ਼ ਕਰ ਰਹੀਆਂ ਕਿ ਸੱਚੀ ਮੁੱਚੀ ਲੋਕਾਂ ਦੇ ਹੱਕ ਦੀ ਗੱਲ ਕਰ ਰਹੀਆਂ, ਜਾਂ ਅਸਲ ਵਿੱਚ ਲੋਕਾਂ ਦੇ ਹੱਕ ਦੀ ਗੱਲ ਦਾ ਬਹਾਨੇ ਸਿਰ ਆਪਣਾ ਰੋਣਾ ਰੋ ਰਹੀਆਂ ਕਿ ਸਾਨੂੰ ਵੋਟ ਪਾਇਓ, ਅਸੀਂ ਬੜੇ ਚੰਗੇ ਆ, ਅਸੀਂ ਦੇਖੋ ਬਿਲਕੁਲ ਤੁਹਾਡੇ ਦਿਲਾਂ ਦੇ ਨੇੜੇ ਆ। ਕਿ ਇਸ ਗੱਲ ਦਾ ਉਹ ਪ੍ਰਭਾਵ ਦੇਣਾ ਚਾਹੁੰਦੀਆਂ, ਪਰਸੈਪਸ਼ਨ ਬਣਾਉਣਾ ਚਾਹੁੰਦੀਆਂ, ਆਪਣੀ ਇਹੋ ਜਿਹੀ ਛਵੀ ਬਣਾਉਣਾ ਚਾਹੁੰਦੀਆਂ ਲੋਕਾਂ 'ਚ ਕਿ ਅਸੀਂ ਬੜੇ ਦਿਆਨਤਦਾਰ ਆ, ਇਮਾਨਦਾਰ ਆ, ਸਾਡੇ ਤੇ ਭਰੋਸਾ ਕਰੋ। ਇਹ ਗੱਲਾਂ ਸ਼ੰਕੇ ਦੇ ਘੇਰੇ 'ਚ ਬਾਰ-ਬਾਰ ਲੋਕਾਂ ਦੇ ਮਨਾਂ 'ਚ ਆਉਂਦੀਆਂ। ਸੁਪਰੀਮ ਕੋਰਟ ਨੇ ਇੱਕ ਹੋਰ ਵੀ ਸੁਖਵਿੰਦਰ ਨਿਰਾਸ਼ਾ ਦਿਖਾਈ ਹੈ। ਘੱਟੋ ਘੱਟ ਜੇ ਉਹਨਾਂ ਨੂੰ ਨਹੀਂ ਸੀ ਪਰਾਂ ਕਰ ਸਕਦੇ ਕਿਸੇ ਤਰੀਕੇ ਨਾਲ, ਡਰ ਲੱਗਦਾ ਸੀ ਸੁਪਰੀਮ ਕੋਰਟ ਨੂੰ। ਕਹਿਣਾ ਨਹੀਂ ਚਾਹੀਦਾ, ਉਹ ਇਸ ਗੱਲ ਨੂੰ ਬੜਾ ਬੁਰਾ ਮਨਾਉਂਦੇ ਆ ਕਿ ਜੱਜ ਸਾਹਿਬ ਸੁਪਰੀਮ ਕੋਰਟ ਤੇ ਇੰਡੀਪੈਂਡੈਂਟ ਹੈ ਜੀ, ਕੋਈ ਕਿਸੇ ਤੋਂ ਡਰਦੀ ਡੁਰਦੀ ਨਹੀਂ ਹੈ। ਪਰ ਅਸੀਂ ਸਾਰਾ ਕੁਝ ਜੋ ਇੱਥੇ ਸੁਪਰੀਮ ਕੋਰਟਾਂ 'ਚ ਹੁੰਦਾ ਰੰਜਨ ਗਗੋਈ ਬਾਰੇ ਦੇਖਿਆ, ਉਦੋਂ ਬਾਅਦ ਵੀ ਦੇਖਿਆ, ਤੇ ਇਹ ਜੱਗ ਜਾ ਰਿਹਾ, ਤੁਸੀਂ ਕਹੋ ਜਾਂ ਨਾ ਕਹੋ, ਕਿ ਸੁਪਰੀਮ ਕੋਰਟਾਂ ਦੇ ਅੰਦਰ ਸਰਕਾਰੀ ਜਾਂ ਰਾਜਨੀਤਿਕ ਪ੍ਰਭਾਵ ਕਿੰਨਾ ਚਲਾ ਗਿਆ। ਇਹ ਤੇ ਉਹਨਾਂ ਦੇ ਆਪਣੇ ਹੀ 4 ਜੱਜ ਕਹਿ ਰਹੇ ਸੀ। ਅੱਜ ਮਦਨ ਲੋਕਰ ਦਾ ਵੀ ਬਿਆਨ ਇਸੇ ਕਿਸਮ ਦਾ ਆਇਆ ਕਿ ਇਹ ਜਿਹੜੀ ਆ, ਇਸ ਨੂੰ ਗੱਲ ਨੂੰ ਉਹ ਗ੍ਰਿਫਤਾਰ ਕਰਕੇ ਛੇਤੀ ਤੋਂ ਛੇਤੀ ਇਨਸਾਫ ਮਿਲਣਾ ਚਾਹੀਦਾ। ਉਹਨਾਂ ਨੇ ਫਿਰ ਆਪਣੀ ਗੁਹਾਰ ਇਹਨਾਂ ਦੇ ਹੱਕ ਵਿੱਚ, ਜਿਹੜੇ ਕਿਸਾਨ ਆ ਉਹਨਾਂ ਦੇ ਹੱਕ ਵਿੱਚ ਲਾਈ ਹੈ। ਉਹ ਜਿਹੜੇ ਕੁਝ ਜੱਜ, ਜੇ ਉਹਨਾਂ ਦੇ ਹੱਥ ਕੁਝ ਆ ਜਾਏ ਜਾਂ ਇਹੋ ਜਿਹੇ ਬੰਦਿਆਂ ਨੂੰ ਇਨਕੁਆਇਰੀ ਦੇ ਦਿੱਤੀ ਜਾਏ, ਤਾਂ ਉਹ ਤਾਂ ਤੁਰੰਤ ਕੁਝ ਨਾ ਕੁਝ ਹੱਲ ਜਾਂ ਕੁਝ ਨਾ ਕੁਝ ਇਨਸਾਫ ਦਿਵਾਉਣ ਦੀ ਉਮੀਦ ਬਣਾ ਸਕਦੇ ਆ। ਇਸ ਲਈ ਚਾਹੀਦਾ ਇਹ ਸੀ ਕਿ ਜਿਸ ਤਰੀਕੇ ਨਾਲ ਰਮੰਨਾ ਸਾਹਿਬ ਦੀ ਅਸੀਂ ਬਾਰ-ਬਾਰ ਤਾਰੀਫ ਪਿਛਲੇ ਕੁਝ ਕੇਸਾਂ 'ਚ ਉਹਨਾਂ ਦੇ ਸਟੈਂਡ ਤੋਂ ਕਰਦੇ ਹਾਂ, ਕਿ ਉਹ ਕਹਿੰਦੇ ਕਿ ਦੇਖੋ ਜੀ, ਸਾਨੂੰ ਇਹਨਾਂ ਹਾਲਾਤਾਂ 'ਚ ਕੋਈ ਉਮੀਦ ਨਹੀਂ, ਜੋ ਤੁਸੀਂ ਸਾਨੂੰ ਐਫੀਡੈਵਿਟ ਜਾਂ ਆਪਣੀ ਕਾਰਵਾਈ ਬਾਰੇ ਲਿਆ ਕੇ ਦਿਖਾ ਲਿਆ, ਇਹ ਬਿਲਕੁਲ ਅਨਸੈਟਿਸਫੈਕਟਰੀ ਆ। ਇਹਦੇ ਤੋਂ ਇਹ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਤੁਸੀਂ, ਤੁਹਾਡੀ ਪੁਲਿਸ, ਤੁਹਾਡਾ ਹੋਮ ਡਿਪਾਰਟਮੈਂਟ ਸਟੇਟ ਦਾ ਔਰ ਜਿਹੜਾ ਸੈਂਟਰ ਦਾ ਹੋਮ ਡਿਪਾਰਟਮੈਂਟ, ਇਹ ਹਿਚਕਚਾ ਰਹੇ ਆ ਇਨਸਾਫ ਤੋਂ ਕਰਨ ਤੋਂ। ਔਰ ਨਾਲ ਉਹਨਾਂ ਨੇ ਇਹ ਕਿਹਾ ਜੀ ਐਵੀਡੈਂਸ ਨੂੰ ਪ੍ਰੀਜ਼ਰਵ ਕੀਤਾ ਜਾਏ। ਇਹ ਤੇ ਐਵੇਂ ਆ ਜਿਵੇਂ ਚੋਰਾਂ ਨੂੰ ਕਿਹਾ ਜਾਵੇ ਯਾਰ ਤੁਸੀਂ ਐਵੇਂ ਨਾ ਕਰਿਆ ਕਰੋ ਇਹੋ ਜਿਹੇ ਮਾੜੇ ਕੰਮ, ਜਾਂ ਡਾਕੂਆਂ ਨੂੰ ਕਿਹਾ ਜਾਵੇ ਤੁਸੀਂ ਐਵੇਂ ਰੋਜ਼ ਗੋਲੀਆਂ ਚਲਾ ਸਕਦੇ ਆ, ਚਲਾਈ ਜਾਂਦੇ ਆ, ਐਵੇਂ ਲੁੱਟ ਖੋਹ ਕਰਦੇ। ਇਹ ਮਾੜੀ ਗੱਲ ਆ, ਇੰਜ ਨਾ ਕਰਿਆ ਕਰੋ ਤੁਸੀਂ। ਫਿਰ ਉਹ ਡਾਕੂ ਡਾਕਾ ਛੱਡ ਦੇਣਗੇ, ਚੋਰ ਚੋਰੀ ਛੱਡ ਦੇਣਗੇ। ਇਹੋ ਜਿਹੀ ਟੋਨ ਦੇ ਵਿੱਚ ਜਿਹੜੀਆਂ ਗੱਲਾਂ ਅੱਜ ਸੁਪਰੀਮ ਕੋਰਟ ਵੱਲੋਂ ਹੋਈਆਂ, ਔਰ ਜਿਸ ਕਿਸਮ ਦਾ ਇਹ ਇੱਕ ਪੂਰੇ ਸਮੁਦਾਇ ਤੇ ਵੀ ਮੈਂ ਤਾਂ ਕਹੂੰਗਾ ਹਮਲਾ ਹੋਇਆ, ਉਹ ਇਸ ਕਰਕੇ ਕਹਿ ਰਹੇ ਆ ਕਿ ਜਿਸ ਢੰਗ ਨਾਲ ਉਹ ਖੁਦ ਪੇਸ਼ ਵੀ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿ ਦੇਖੋ ਜੀ ਇਹ ਤਾਂ ਖਾਲਿਸਤਾਨੀ ਸੀ, ਇਹ ਸੀ, ਜਦਕਿ ਅਸਲੀਅਤ ਇਹ ਨਹੀਂ ਹੈ। ਕਿਸਾਨ ਜ਼ਿਆਦਾਤਰ ਵੱਡੀ ਗਿਣਤੀ 'ਚ ਉੱਥੇ ਪੰਜਾਬੀ ਕਿਸਾਨ ਸ਼ਾਮਲ ਹੋਏ। ਇਹ ਨਹੀਂ ਕਿ ਦੂਜੇ ਕਿਸਾਨ ਨਹੀਂ ਸੀਗੇ, ਦੂਜਿਆਂ ਦੀਆਂ ਵੀ ਮੌਤਾਂ ਹੋਈਆਂ। ਜਾਂ ਜਿਸ ਤਰ੍ਹਾਂ ਕਸ਼ਪ, ਰਮਨ ਕਸ਼ਪ ਦੀ ਅਸੀਂ ਗੱਲ ਕਰਦੇ ਹਾਂ, ਉਹ ਤੇ ਪੰਜਾਬੀ, ਮੈਨੂੰ ਨਹੀਂ ਪਤਾ ਹੈ ਕਿ ਨਹੀਂ ਹੈ, ਪਰ ਬੇਸਿਕਲੀ ਜਿਹਦੇ ਤੁਸੀਂ ਤੁਹਾਨੂੰ ਜਦੋਂ ਦੇਖਦੇ ਆ ਕਿ ਜਿਹੜੇ ਪਹਿਲੇ ਦਿਨ ਤੁਹਾਨੂੰ ਦਿਖ ਰਿਹਾ ਕਿ ਉਹਦੇ 'ਚ ਜ਼ਿਆਦਾ ਪੰਜਾਬੀ ਬੋਲਦੇ ਜਿਹੜੇ ਉੱਥੇ ਸੈਟਲਡ ਲੋਕ ਆ, ਉਹਨਾਂ ਦੀ ਸ਼ਮੂਲੀਅਤ ਸੀ। ਤੇ ਉਹਨਾਂ ਨੂੰ ਇੰਜ ਕੁਚਲ ਕੇ ਮਾਰਨਾ ਸ਼ਰੇਆਮ, ਕਿਤੇ ਨਾ ਕਿਤੇ ਇਹ ਸਾਜ਼ਿਸ਼ ਜਿਹੜੀ ਕਿ ਐਡੀਟਰਸ ਗਿਲਡ ਆਫ ਇੰਡੀਆ ਨੇ ਵੀ ਸਾਫ਼-ਸਾਫ਼ ਕਹਿਣ ਦੀ ਕੋਸ਼ਿਸ਼ ਕੀਤੀ ਆ। ਉਹਨਾਂ ਨੇ ਕਿਹਾ ਕਿ ਆਤਮਘਾਤੀ ਹਮਲਾ ਆ, ਟੈਰਰਿਸਟ ਅਟੈਕ ਹੈਗਾ। ਤੇ ਦੂਜੇ ਪਾਸੇ ਇਸ ਗੱਲ ਦੀ ਇਹ ਇੰਟਰਪ੍ਰੀਟੇਸ਼ਨ ਸਾਫ਼-ਸਾਫ਼ ਆ ਰਹੀ ਹੈ ਸੁਖਵਿੰਦਰ, ਕਿ ਇਹਦੀ ਦੂਜੀ ਸਾਈਡ ਕਿਤੇ ਇੰਜ ਤੇ ਨਹੀਂ ਸੀ ਕਿ ਜਿਵੇਂ ਪਿਛਲੀ ਵਾਰੀ ਮੁਜ਼ੱਫਰਨਗਰ ਦੇ ਵਿੱਚ ਘੱਟ ਗਿਣਤੀ ਤੇ ਬਹੁ ਗਿਣਤੀ ਦੇ ਵਿੱਚ
ਆਪਸ ਵਿੱਚ ਵਢਾ ਕੇ ਹਮਲੇ ਕਰਵਾ ਕੇ ਮਰਵਾ ਕੇ ਅੱਗਾਂ ਲਾ ਕੇ 2013 ਦੇ ਵਿੱਚ ਇੱਕ ਵਾਰੀ ਉਹਨਾਂ ਨੇ ਵੋਟਾਂ ਇਕੱਠੀਆਂ ਕੀਤੀਆਂ ਸੀਗੀਆਂ। ਕੀ ਹੁਣ ਇਹ ਮਾਮਲਾ ਇਸੇ ਤਰੀਕੇ ਦੇ ਨਾਲ ਕਿਤੇ ਫੇਰ ਤੇ ਨਹੀਂ ਇਸੇ ਕਿ ਪੰਜਾਬੀਆਂ ਨੂੰ ਉੱਥੋਂ ਪ੍ਰਤਾੜਿਤ ਕਰਕੇ ਜਾਂ ਉਹਨਾਂ ਨੂੰ ਉੱਥੋਂ ਭਜਾ ਕੇ ਡਰਾ ਕੇ ਧਮਕਾ ਕੇ ਤੇ ਜਿਹੜੀ ਉੱਥੋਂ ਦੇ ਗਰੀਬ ਤਬਕੇ ਆ ਜਾਂ ਜਿਹੜੀ ਬਹੁ ਗਿਣਤੀ ਹੈ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾ ਕੇ ਜਾਂ ਉਮੀਦ ਦਿਵਾ ਕੇ ਕਿ ਇਹ ਜ਼ਮੀਨਾਂ ਤੁਹਾਡੀਆਂ ਹੋਣਗੀਆਂ, ਇਸ ਕਿਸਮ ਦੀ ਕੋਈ ਸਾਜ਼ਿਸ਼ ਉਹਦੇ ਪਿੱਛੇ ਤੇ ਨਹੀਂ ਸੀਗੀ। ਇਹ ਗੱਲ ਕਿਉਂ ਸ਼ੱਕ ਬਣਦਾ? ਕਿਉਂਕਿ ਜਦੋਂ ਖੁਦ ਇਹੀ ਹੋਮ ਮਿਨਿਸਟਰ ਜਿਹੜਾ ਹੁਣ ਜੱਫਾ ਪਾਈ ਬੈਠਾ ਆਪਣੀ ਪੋਜੀਸ਼ਨ ਨੂੰ, ਅਜੇ ਮਿਸ਼ਰਾ, ਉਹਨੇ ਖੁਦ 25 ਤਰੀਕ ਨੂੰ ਆਪਣੇ ਭਾਸ਼ਣ 'ਚ ਕਈ ਵੀਡੀਓ ਜਿਹੜੀ ਸਾਰਿਆਂ ਨੇ ਦੇਖੀ ਹੈ ਸੁਣੀ ਹੈ, ਇਹ ਸਾਰੀਆਂ ਕੜੀਆਂ ਜਦੋਂ ਤੁਸੀਂ ਮਿਲਾ ਕੇ ਦੇਖਦੇ ਕਿ ਜਦੋਂ ਉਹਨੇ ਖੁਦ ਕਿਹਾ ਕਿ ਅਸੀਂ ਤੇ ਇਹਨਾਂ ਨੂੰ ਯੂਪੀ ਤੋਂ ਬਾਹਰ ਦੇਖਾਂਗੇ, ਅਸੀਂ ਲਖੀਮਪੁਰ ਖੀਰੀ ਦੀ ਕੀ ਗੱਲ ਕਰਦੇ ਆ, ਉਹਦਾ ਮਤਲਬ ਕੀ ਸੀ? ਕਿਹਨੂੰ? ਜਿਹੜੇ ਆ ਕੇ ਇੱਥੇ ਬੈਠੇ ਆ, ਕੌਣ ਆ ਕੇ ਬੈਠੇ ਆ? ਭਾਵੇਂ ਉਹਨਾਂ ਨੇ ਨਾਂ ਨਹੀਂ ਲਿਆ ਇਸ ਗੱਲ ਦਾ, ਪਰ ਇੰਡੀਕੇਸ਼ਨ ਤੇ ਬੜੀ ਸਾਫ਼ ਹੈਗੀ ਆ ਕਿ ਕਿਹਨਾਂ ਨੂੰ ਉਹ ਕੀ ਕਹਿਣਾ ਚਾਹੁੰਦੇ ਸੀਗੇ। ਇਹੀ ਗੱਲ ਦੂਜੇ ਰੂਪ ਦੇ ਵਿੱਚ ਖੱਟਰ ਨੇ ਇੱਥੇ ਕੀਤੀ, ਕੁੱਟਣ ਮਾਰਨ ਵਾਲੀ, ਕਿ ਜਦ ਕਿ ਹੁਣ ਉਹ ਆਪ ਉਸ ਗੱਲ ਤੋਂ ਵਿਦਡਰਾ ਕਰ ਗਿਆ ਕਿ ਮਾਫੀ ਕਰੋ, ਮੇਰੇ ਕੋਲ ਡਾਂਗ ਸੋਟਾ ਕਹਿ ਗਿਆ। ਕਈਆਂ ਨੇ ਤੇ ਉਹਨੂੰ ਡਾਂਗ ਜਾ ਕੇ ਦਿੱਤੀ ਵੀ ਹੈ, ਮੈਮੋਰੈਂਡਮ ਦਿੱਤਾ, ਨਾਲ ਡਾਂਗ ਫੜਾਈ ਕਿ ਲੈ ਸਾਨੂੰ ਕੁੱਟ, ਆ ਤੈਨੂੰ ਡਾਂਗਾਂ ਚਾਹੀਦੀਆਂ, ਲੈ ਡਾਂਗ ਲੈ ਮਾਰ ਸਾਨੂੰ, ਅਸੀਂ ਨਹੀਂ ਕੁਛ ਸੀ ਨਹੀਂ ਕਰਾਂਗੇ। ਇਹ ਏਡੀ ਵੱਡੀ ਜਦੋਂ ਵਿਰੋਧ ਤੇ ਰੋਸ਼ ਤੇ ਬੇਇੱਜ਼ਤੀ ਹੋਈ, ਉਹ ਆਪਣਾ ਹੱਥ ਜੋੜ ਕੇ ਖੱਟਰ ਤੇ ਆਪਣਾ ਡਾਂਗਾਂ ਵਾਲਾ ਬਿਆਨ ਜਿਹੜਾ ਵਾਪਸ ਲੈ ਗਿਆ। ਪਰ ਇਹ ਜਿਹੜੀ ਯੂਪੀ ਦੇ ਵਿੱਚ ਕਹਿਰ ਢਾਇਆ, ਜ਼ੁਲਮ ਕੀਤਾ ਲੋਕਾਂ ਦੇ, ਇਹ ਬਹੁਤ ਹੀ ਦਹਿਲਾ ਦੇਣ ਵਾਲਾ, ਔਰ ਇਹਦੇ 'ਚ ਕਿਤੇ ਨਾ ਕਿਤੇ ਸਾਨੂੰ ਨਜ਼ਰ ਆ ਰਿਹਾ ਕਿ ਇਹ ਵੋਟਾਂ ਦਾ ਇਹਦਾ ਵੀ ਹੈ। ਕੱਲਾ ਇਹ ਕਿਸਾਨ ਅੰਦੋਲਨ ਨਹੀਂ, ਕਿਸਾਨ ਅੰਦੋਲਨ ਨੂੰ ਤਾਂ ਕੁਚਲਣਾ ਚਾਹੁੰਦੇ ਹੀ ਆ, ਕਿਤੇ ਨਾ ਕਿਤੇ ਕਮਜ਼ੋਰ ਕਰਨਾ ਚਾਹੁੰਦੇ ਹੀ ਹੈ। ਹੋ ਸਕਦਾ ਇਸ ਗੱਲ ਦੇ ਵਿੱਚ ਉਹ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰਨਾ ਚਾਹੁੰਦੇ ਹੋਣ ਕਿ ਇੱਕ ਤੇ ਇਹ ਟੈਸਟ ਕਰ ਲਓ ਕਿ ਇਹ ਕਿੰਨਾ ਕੁ ਪ੍ਰੋਟੈਸਟ ਲੋਕ ਕਿਸਾਨਾਂ ਦੇ ਹੱਕ 'ਚ ਕਰਦੇ ਆ, ਕਿ ਜੇ ਅਸੀਂ ਹਮਲਾ ਕਰਕੇ ਮਾਰਦੇ ਆ ਤੇ ਜੇ ਚੁੱਪ ਚਪਾਤੇ ਹੋ ਜਾਂਦੇ ਆ ਤੇ ਕੱਲ ਨੂੰ ਫਿਰ ਟਿੱਕਰੀ ਤੇ ਸਿੰਘੂ ਬਾਰਡਰ ਤੇ ਵੀ ਹਮਲਾ ਕਰੋ। ਇਹ ਇੱਕ ਐਕਸਪੈਰੀਮੈਂਟ ਦੇ ਤੌਰ ਤੇ, ਲੋਕਾਂ ਦੇ ਰੋਸ਼ ਦੇ ਤੌਰ ਤੇ ਉਹ ਇੱਕ ਛੋਟਾ ਹਮਲਾ ਪਲੈਨਡ ਢੰਗ ਨਾਲ ਕਰਵਾਇਆ ਹੋ ਸਕਦਾ। ਦੂਸਰਾ ਇਹਦੇ 'ਚ ਜਿਹੜਾ ਵੋਟਾਂ ਵਾਲਾ ਐਂਗਲ ਆ ਉਸ ਨੂੰ ਤੁਸੀਂ ਨਹੀਂ ਭੁੱਲ ਸਕਦੇ ਕਿ ਇਹਨਾਂ ਦਾ ਜਿਹੜਾ ਬੀਜੇਪੀ ਦਾ ਮਾਈਂਡ ਸੈਟ ਆ ਜਾਂ RSS ਦਾ ਮਾਈਂਡ ਸੈਟ ਆ, ਉਹ ਬਿਲਕੁਲ ਹੀ ਜਿਹੜੀ ਕਮਿਊਨਲ ਫਿਰਕਾ ਪ੍ਰਸਤੀ ਵਾਲੀ ਵਾਇਰਸ ਆ, ਉਹ ਕੁੱਟ ਕੇ ਭਰੀ ਆ ਲਗਾਤਾਰ। ਉਹਨਾਂ ਨੂੰ ਇਨਸਾਨ ਨਹੀਂ ਦਿਖਦੇ, ਉਹਨਾਂ ਨੂੰ ਦਿਖਦੇ ਆ ਅਪਰ ਕਾਸਟ ਆ ਬ੍ਰਾਹਮਣ ਆ ਯਾਦਵ ਆ ਕੁਰਮੀ ਆ ਮੁਸਾਹਾਰ ਆ, ਸਾਰੀਆਂ ਜਾਤਾਂ ਕੱਲੀ ਉਹਨਾਂ ਦੇ ਦਿਮਾਗ ਦੇ ਵਿੱਚ ਐਨ ਜਾਨੀ ਚਿੱਤਵੀਆਂ ਹੋਈਆਂ ਆ, ਜਿਸ ਤਰ੍ਹਾਂ ਕਿੱਲ ਦੇ ਨਾਲ ਠੋਕ ਕੇ ਲਿਖੀਆਂ ਹੋਣ। ਉਹ ਬੰਦਿਆਂ ਨੂੰ ਬੰਦਾ ਦੇਖਦੇ ਹੀ ਨਹੀਂ। ਇਸੇ ਕਰਕੇ ਅਸੀਂ ਐਵੇਂ ਆਪਣੇ ਕੋਈ ਮਨੋਘੜਤ ਕਹਾਣੀ ਨਹੀਂ ਕਹਿ ਰਹੇ ਕਿ ਇਹਦਾ ਹੋਊਗਾ। ਜੇ ਕੜੀਆਂ ਜੋੜ ਕੇ ਦੇਖੋ ਤੇ ਦੂਸਰਾ ਉਹਨਾਂ ਦਾ ਸੁਖਵਿੰਦਰ ਇਹ ਲਾਹਾ ਲੈਣ ਦਾ ਜ਼ਰੂਰ ਹੋਊਗਾ ਕਿ ਇਸ ਵੇਲੇ ਇਸ ਵਾਰੀ ਇਸ ਘੱਟ ਗਿਣਤੀ ਦੇ ਉੱਤੇ ਹਮਲਾ ਕਰਕੇ ਤੁਸੀਂ ਆਪਣੀਆਂ ਲੋਕਾਂ ਨੂੰ ਬਹੁ ਗਿਣਤੀ ਤੋਂ ਵੱਧ ਵੋਟਾਂ ਕਿਵੇਂ ਲੈਣੀਆਂ, ਇਹਨੂੰ ਪੋਲਰਾਈਜ਼ ਕੀਤਾ ਜਾਏ। ਚੰਗੀ ਗੱਲ ਇਹ ਹੈ ਜੀ, ਕੋਰਟ ਦੀ ਵੀ ਢਿੱਲੀ ਮੱਠੀ ਭਾਵੇਂ ਜਿਹੋ ਜਿਹੀ ਵੀ ਇੰਟਰਵੈਂਸ਼ਨ ਹੋਈ, ਪਰ ਹੋਈ ਕੋਰਟ ਦੀ ਇੰਟਰਵੈਂਸ਼ਨ ਦੇ ਨਾਲ, ਲੋਕਾਂ ਦੇ ਪ੍ਰੋਟੈਸਟ ਦੇ ਨਾਲ, ਮੀਡੀਆ ਵੀ ਜਿਹੜਾ ਖਾਸ ਕਰ ਸੋਸ਼ਲ ਮੀਡੀਆ, ਜਿਵੇਂ ਉਹਨਾਂ ਨੇ ਇਸ ਗੱਲ ਨੂੰ ਸਾਰੀ ਨੂੰ ਉਜਾਗਰ ਕੀਤਾ। ਅਸੀਂ ਉਹਨਾਂ ਦੇ ਉਸ ਜਾਲ ਦੇ ਬਣਾਏ ਹੋਏ ਜਾਲ ਦੇ ਵਿੱਚ ਨਹੀਂ ਫਸੇ, ਬਾਹਰ ਨਿਕਲੇ ਆ। ਇੱਕ ਲਾਸਟ ਗੱਲ ਮੈਂ ਕਹਿਣੀ ਆ, ਮੈਂ ਥੋੜਾ ਲੰਬਾ ਬੋਲ ਗਿਆ, ਥੋੜਾ ਵਿਸ਼ਾ ਇਹੋ ਜਿਹਾ ਸੁਖਵਿੰਦਰ, ਜਦੋਂ ਬੋਲਣ ਲੱਗੋ ਤੇ ਚੁੱਪ ਨਹੀਂ ਹੋਇਆ ਜਾਂਦਾ। ਉਹ ਇਹ ਹੈ ਕਿ ਦਰਸ਼ਨਪਾਲ ਹੋਣਾ ਦੀ ਇੰਟਰਵਿਊ ਆਈ ਹੈ, ਕੁਝ ਅਖਬਾਰਾਂ ਨੇ ਖਾਸ ਕਰ ਇੰਡੀਅਨ ਐਕਸਪ੍ਰੈਸ ਨੇ ਇਹੋ ਜਿਹੀ ਸਟੋਰੀ ਲਾਈ ਜਿਹਦੇ ਚ ਲੋਕਾਂ ਨੂੰ ਸ਼ੱਕ ਹੋਣ ਲੱਗਾ ਕਿ ਸ਼ਾਇਦ ਇਹ ਮੂਵਮੈਂਟ ਦਾ ਜਾਂ ਇਹਨਾਂ ਜਾਨਾਂ ਦਾ ਜਿਹੜੀਆਂ ਸ਼ਹੀਦੀਆਂ ਹੋਈਆਂ ਕਿਤੇ ਟਿਕਾਇਤ ਨੇ ਸੌਦਾ ਕਰ ਲਿਆ। ਇਹ ਬਿਲਕੁਲ ਗਲਤ ਗੱਲ ਹੈ, ਉਹ ਸਾਹਮਣੇ ਆ ਗਈ ਹੈ। ਪੰਜਾਬ ਤੋਂ, ਹਰਿਆਣੇ ਤੋਂ ਤੇ ਯੂਪੀ ਤੋਂ ਤਿੰਨਾਂ ਸੂਬਿਆਂ ਦੇ 9 ਬੰਦਿਆਂ ਦਾ ਵਫਦ ਉੱਥੇ ਗਿਆ ਸੀ, ਜਿਹੜਾ ਲਗਾਤਾਰ ਨੈਗੋਸ਼ੀਏਟ ਕਰ ਰਿਹਾ ਸੀਗਾ। ਰਮਿੰਦਰ ਹੁਣੀ ਸ਼ਾਇਦ ਇੱਥੇ ਪੰਜਾਬ ਤੋਂ ਸੀਗੇ, ਉਹ ਇੱਕ ਪ੍ਰੈਸ ਕਾਨਫਰੰਸ ਵਿੱਚ ਵੀ ਨਜ਼ਰ ਆ ਰਹੇ ਸੀਗੇ। ਇਹ ਜਿਹੜੇ ਬੰਦੇ ਨਾਲੋਂ ਨਾਲ ਹੀ ਉਹ
इन्हां लीडरां दे नाल संयुक्त किसान मोर्चे दे दर्शनपाल होर राजेवाल इन्हां सारियां नाल दर्शनपाल दी इंटरव्यू तो यह साफ नजर आउंदा कि वो इन टच सीगे। वो दस रहे सी भी इत्थे आ गल आ हुण आ गल आ। 4-4 5-5 मीटिंगां उपरों थल्ली होके जो भी उन्हां परिवारां नूं नाल लैके समझौता होया वो उस किस्म दा समझौता होया। उस गल दे विच एक जिहड़ी खेल नवीं सीगी कि जिहड़ा डर सी लगातार कि जे सिचुएशन भयानक रूप दे विच ध्रुवीकरण हो जाता घट गिणती बहु गिणती का बहुत सारे बंदे होर एक पासे खड़े होके वो तिखा हो जाता तो उसका एक नवा राजनीतिक रूप एक नवा निकल आना सी जिहदे नाल किसान अंदोलन जिहड़े 3 काले कानून वापस करवाउण लई चले हुए आ वो शायद एक पासे रह जाते और ये जिहड़ी दूजे पासे नूं लंबी गल एक होर चले जाती कि उथों प्रताड़ित हो रहे पंजाबियों नूं यूपी ते उत्तराखंड चों किवें उत्थे बहाल रखना एक नवीं गल विचों निकल के आ जाती। इसलिए बहुत ही अजे होर इहदियां परतां हौली हौली सुखविंदर बाहर आउणगियां जिवें जिवें मीडिया अज इन्ने दिनां बाद 3 तरीक तो बाद 5-6 दिनां बाद सीतापुर लखीमपुर खीरी ते बहराच दे जिहड़ा तीसरा जिला हैगा उन्हां 3 ਜ਼ਿਲ੍ਹਿਆਂ 'ਚ ਅੱਜ ਇੰਟਰਨੈਟ ਜਿਹੜਾ ਖੁੱਲਿਆ ਇਹਦਾ ਮਤਲਬ ਬਹੁਤ ਸਾਰੀ ਇਨਫੋਰਮੇਸ਼ਨ ਨੂੰ ਵੀਡੀਓਜ਼ ਨੂੰ ਹੋਰ ਉਹਨਾਂ ਨੂੰ ਇਨਫੋਰਮੇਸ਼ਨ ਨੂੰ ਬਿਲਕੁਲ ਬੰਦ ਕੀਤਾ ਸੀ ਤੇ ਹੁਣ ਜਿਵੇਂ ਜਿਵੇਂ ਇਨਫੋਰਮੇਸ਼ਨ ਫਲੋ ਹੋਊਗੀ ਉਵੇਂ ਉਵੇਂ ਉੱਥੇ ਦੀ ਸਾਰੀ ਚੀਜ਼ ਦੀ ਹੋਰ ਸੱਚਾਈ ਦਾ ਪਤਾ ਲੱਗਦਾ ਰਹੂਗਾ। ਹਾਂਜੀ ਬਿਲਕੁਲ ਬਿਲਕੁਲ। ਜਦੋਂ ਪ੍ਰੋਫੈਸਰ ਸਾਹਿਬ ਅਸੀਂ ਗੱਲ ਸਿਆਸਤ ਦੀ ਕਰਦੇ ਆ ਇਹਦੇ ਵਿੱਚ ਤਾਂ ਪ੍ਰਸ਼ਾਂਤ ਕਿਸ਼ੋਰ ਦਾ ਬਿਆਨ ਵੀ ਜਿਹੜਾ ਉਹਨਾਂ ਦਾ ਟਵੀਟ ਹੈ ਉਹ ਵੀ ਕਾਫੀ ਅਹਿਮੀਅਤ ਰੱਖਦਾ ਕਿ ਜਿਹੜੇ ਸਮਝ ਰਹੇ ਨੇ ਕਿ ਸ਼ਾਇਦ ਕਾਂਗਰਸ ਦੀ ਛਤਰੀ ਥੱਲੇ ਆ ਕੇ ਕਿਤੇ ਕੋਈ ਬੇੜਾ ਪਾਰ ਲੰਘ ਜਾਣਾ 2022 ਤੇ ਉਦੋਂ ਬਾਅਦ 2024 ਵਾਲਾ ਜਾਂ ਮਹਾਂ ਗੱਠਜੋੜ ਜਾਂ ਇਸ ਅੰਦੋਲਨ ਦੇ ਉੱਤੋਂ ਕੋਈ ਸਿਆਸਤ ਨਵੀਂ ਖੜੀ ਕਰਨੀ ਜਾਂ ਇਹਦੇ ਪ੍ਰਭਾਵ ਨੂੰ ਮੰਨ ਲੈਣਾ ਕਿ ਸ਼ਾਇਦ ਹੁਣ ਜਿਹੜਾ ਉਹ ਵਿਰੋਧੀ ਧਿਰ ਮਜ਼ਬੂਤ ਆ। ਦੇਖੋ ਦੋ ਗੱਲਾਂ ਅਲੱਗ-ਅਲੱਗ ਹੈਗੀਆਂ। ਮੈਂ ਜ਼ੋਇਆ ਹਸਨ ਦਾ ਅੱਜ ਇੱਕ ਵੱਡੇ ਨੈਸ਼ਨਲ ਡੇਲੀ ਦੇ ਵਿੱਚ ਆਰਟੀਕਲ ਪੜ੍ਹ ਰਿਹਾ ਸੀ। ਇਹ ਪ੍ਰੋਬਲਮਾਂ ਤੇ ਕਾਂਗਰਸ ਦੀਆਂ ਹੈਗੀਆਂ ਉਹ ਕੱਲਾ ਪ੍ਰਸ਼ਾਂਤ ਕਿਸ਼ੋਰ ਨਹੀਂ ਕਿਸੇ ਬੱਚੇ ਨੂੰ ਵੀ ਦਿਖਦੀਆਂ। ਪ੍ਰੋਬਲਮ ਇਹ ਹੈ ਕਿ ਜੇ ਇਹ 2 ਸਾਲਾਂ ਦੇ ਅੰਦਰ ਅੰਦਰ ਅਜੇ ਤੱਕ ਤੁਸੀਂ 1.5-2 ਸਾਲ ਹੋ ਗਿਆ ਪ੍ਰਧਾਨ ਹੀ ਨਹੀਂ ਪਤਾ ਕੌਣ ਆ ਕਾਂਗਰਸ ਦਾ, ਤੁਸੀਂ ਸਟਰਕਚਰ ਹੀ ਨਹੀਂ ਬਣਾਉਂਦੇ, ਤੁਸੀਂ ਢਾਂਚਾ ਸੂਬਿਆਂ ਦੇ ਵਿੱਚ ਉਸ ਨੂੰ ਨਵਿਆਉਂਦੇ ਹੀ ਨਹੀਂ, ਨਵੇਂ ਤੌਰ ਤੇ ਉਹਨੂੰ ਰੀਆਰਗੇਨਾਈਜ਼ ਕਰਦੇ ਹੀ ਨਹੀਂ, ਮੁੜ ਸੰਗਠਨ ਉਹਨਾਂ ਦਾ ਕਰਦੇ ਹੀ ਨਹੀਂ। ਇਹ ਸਾਰੀਆਂ ਗੱਲਾਂ ਲੋਕਾਂ ਨੂੰ ਕਿਵੇਂ ਫਿਰ ਆਪਾਂ ਲੋਕਾਂ ਭਰੋਸਾ ਕਰ ਸਕੀਏ? ਇਹ ਕਿਤੇ ਹੁਣ ਇਹ ਕਿਤੇ ਕੋਈ ਰਜਵਾੜਾ ਸ਼ਾਹੀ ਤੇ ਹੈ ਨਹੀਂ ਕਿ ਸਾਰੇ ਬੰਦੇ ਭੱਜਣ ਵੀ ਸੋਨੀਆ ਗਾਂਧੀ ਕੋਲ ਸ਼ਿਕਾਇਤ ਲਾਉਣ ਤੇ ਗਾਂ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਉਹਦਾ ਫੈਸਲਾ ਕਰ ਦੇਣ। ਤੇ ਇਸ ਤਰੀਕੇ ਨਾਲ ਪਾਰਟੀਆਂ ਨਹੀਂ ਚੱਲਦੀਆਂ। ਪਾਰਟੀਆਂ ਦੀਆਂ ਰੈਗੂਲਰ ਮੀਟਿੰਗਾਂ, ਗਰੁੱਪ ਵਰਕ, ਟੀਮ ਵਰਕ ਹੁੰਦਾ। ਪਾਰਟੀ ਦੇ ਪੂਰੇ ਢਾਂਚੇ ਦੇ ਅੰਦਰ ਹਿਲਜੁਲ ਹੋਣੀ ਚਾਹੀਦੀ ਹੈ। ਜਗ੍ਹਾ ਜਗ੍ਹਾ ਮੀਟਿੰਗਾਂ ਹੋਣੀਆਂ ਚਾਹੀਦੀਆਂ। ਇੱਕ ਪਿੰਡ ਦੀ ਕੜੀ ਤੋਂ ਲੈ ਕੇ ਉੱਪਰ ਦਿੱਲੀ ਦੀ ਆਲ ਇੰਡੀਆ ਦੀ ਪਾਰਟੀ ਤੱਕ ਇੱਕ ਲਿੰਕ ਹੋਣਾ ਚਾਹੀਦਾ। ਉਹ ਮਿਸਿੰਗ ਹੈ ਇਸ ਵੇਲੇ ਔਰ ਇਹ ਸਾਰਿਆਂ ਨੂੰ ਦਿਖਦਾ। ਚੰਗੀ ਗੱਲ ਇਹ ਮੈਨੂੰ ਇਹ ਥੋੜੀ ਜਿਹੀ ਇਹ ਲੱਗ ਰਹੀ ਆ ਕਾਂਗਰਸ ਬਾਰੇ ਕਿ ਸ਼ਾਇਦ ਜਿਸ ਕਿਸਮ ਦੀ ਹੁਣ ਲੀਡਰਸ਼ਿਪ ਭਾਵੇਂ ਉਹ ਰਾਜਨੀਤਿਕ ਤੌਰ ਤੇ ਬਹੁਤ ਤਿੱਖੀ ਨਾ ਹੋਵੇ, ਜਿਸ ਤਰੀਕੇ ਨਾਲ ਕਨ੍ਹਈਆ ਕੁਮਾਰ ਤੇ ਹੋਰਨਾਂ ਨੂੰ ਇਹ ਅੰਦਰ ਲੈ ਰਹੇ ਆ, ਉਹਦਾ ਵਰਗਿਆਂ ਬੰਦਿਆਂ ਨੂੰ ਲੈ ਰਹੇ ਆ, ਜਗਨੇਸ਼ ਮਹਿਮਾਨੀ ਜਾਂ ਹੋਰਨਾਂ ਨੂੰ ਵੀ, ਇਹ ਹੋ ਸਕਦਾ ਕਿ ਇਹਨਾਂ ਦੇ ਮਨ ਵਿੱਚ ਹੋਵੇ ਕਿ ਇਹ ਬਿਲਕੁਲ ਦਾ ਬਿਲਕੁਲ ਇੱਕ ਪਾਸੇ ਕਮਿਊਨਲ ਏਜੰਡਾ ਤੇ ਇੱਕ ਪਾਸੇ ਸੈਕੂਲਰ ਏਜੰਡਾ। ਪਰ ਇਹ ਸਾਰੀਆਂ ਚੀਜ਼ਾਂ ਬੜਾ ਜ਼ਰੂਰੀ ਹੈ ਕਿ ਕਾਂਗਰਸ ਬਹੁਤ ਕਲੀਅਰਲੀ ਸਪੈਲ ਆਊਟ ਕਰੇ, ਨਾ ਕਿ ਇਹ ਵੀ ਉਹਨਾਂ ਦੇ ਵਾਂਗੂ ਨਾਲੋਂ ਨਾਲ ਹੀ ਮੰਦਿਰਾਂ ਦੇ ਵਿੱਚ ਜਾ ਕੇ ਟਿੱਕੇ ਲਵਾਉਣ ਦਾ ਜਾਂ ਆਪਣੇ ਜਨੇਊ ਪਵਾ ਕੇ ਉਸ ਪਾਸੇ ਨੂੰ ਚੱਲਣ ਦਾ ਗੱਲ ਕਰੇ। ਇਸ ਕਿਸਮ ਨਾਲ ਉਹ ਤੁਸੀਂ ਉਹਨਾਂ ਨੂੰ ਬੀਟ ਨਹੀਂ ਕਰ ਸਕਦੇ। ਮੇਰਾ ਸੁਖਵਿੰਦਰ ਇਹ ਸੋਚਣਾ ਹੈਗਾ ਕਿ ਇਹਨਾਂ ਨੂੰ ਕਾਂਗਰਸ ਨੂੰ ਆਪਣੇ ਵਿਚਾਰਧਾਰਕ ਤੌਰ ਤੇ ਪਾਰਟੀ ਦੇ ਪ੍ਰੋਗਰਾਮ ਤੌਰ ਤੇ ਜਿੱਥੇ ਸੰਗਠਨ ਨੂੰ ਤੇ ਲੀਡਰਸ਼ਿਪ ਨੂੰ ਕਲੀਅਰਲੀ ਦੱਸਣਾ ਚਾਹੀਦਾ ਆ, ਉੱਥੇ ਨਾਲੋਂ ਨਾਲ ਇਹਨਾਂ ਨੂੰ ਕਿ ਇਹਨਾਂ ਦਾ ਵਿਚਾਰਧਾਰਾ ਕੀ ਹੋਵੇ। ਦੇਸ਼ ਦੇ ਸੰਵਿਧਾਨ ਦੇ ਨਾਲ ਚੱਲਣਾ, ਦੇਸ਼ ਦੇ ਸੰਵਿਧਾਨ ਦੀਆਂ ਕਿਹੜੀਆਂ ਗੱਲਾਂ ਜਿਹੜੀਆਂ ਸਾਹਮਣੇ ਰੱਖ ਕੇ ਚੱਲਣਾ, ਉਹ ਇਹਨਾਂ ਨੂੰ ਨਿਖੇੜ ਕੇ ਸਾਹਮਣੇ ਲਿਆਉਣਾ ਪਊਗਾ ਤਾਂ ਕਿ ਜਿਹੜੇ ਬੰਦੇ ਫੈਂਸ ਸਿੱਟਰ ਆ ਉਹ ਜਾਂ ਤੇ ਇਹਨਾਂ ਦੇ ਵਿਰੋਧ ਵਿੱਚ ਹੋ ਜਾਣ ਜਾਂ ਇਹਨਾਂ ਦੇ ਹੱਕ ਵਿੱਚ ਹੋ ਜਾਣ। ਰਹੀ ਗੱਲ ਪੰਜਾਬ ਦੀ, ਤੁਸੀਂ 2022 ਦੀ ਗੱਲ ਕਹੀ ਆ, ਇੱਥੇ ਦੀ ਕਾਂਗਰਸ ਕਿਹੜੀ ਕਾਂਗਰਸ ਆ? ਇੱਥੇ ਤੇ ਧੜੇ ਬੰਦੀ ਆ, ਛੋਟਾ ਜਿਹਾ ਸਟੇਟ ਹੈਗਾ ਜਿਹਨੇ ਅਲੀ ਅਲੀ ਕਰਕੇ ਜਿੱਧਰ ਨੂੰ ਲੈ ਗਿਆ। ਇਹ ਸਾਡੀ
ਨੈਸ਼ਨਲ ਪੋਲਿਟਿਕਸ ਤੋਂ ਉਨੀ ਪੋਲਿਟਿਕਸ ਪੰਜਾਬ ਦੀ ਪ੍ਰਭਾਵਿਤ ਨਹੀਂ ਹੁੰਦੀ ਜਿੰਨੀ ਸਾਡੀ ਲੋਕਲ ਪੋਲਿਟਿਕਸ ਲੋਕਲ ਕੰਬੀਨੇਸ਼ਨ ਪਰਮੂਟੇਸ਼ਨ ਤੋਂ ਇਹ ਪ੍ਰਭਾਵਿਤ ਹੁੰਦੀ। ਇਹ ਕਿਸੇ ਦੀ ਕਿੱਥੇ ਪਰਵਾਹ ਕਰਦੇ ਆ। ਤੁਸੀਂ ਦਿੱਲੀ ਦੇ ਵਿੱਚ ਉਹਦੀ ਸਰਕਾਰ ਆ ਗਈ ਬੀਜੇਪੀ ਦੀ, ਤੇ ਇੱਥੇ ਕਾਂਗਰਸ ਦੀ ਕਿੱਡੀ ਵੱਡੀ ਸਰਕਾਰ ਆ ਗਈ, ਕਿਤੇ ਹੋਰ ਸੂਬਿਆਂ 'ਚ ਕਿਉਂ ਨਾ ਆ ਗਈ ਇੰਨੀ ਛੇਤੀ, ਹੈ ਨਾ। ਇਸ ਲਈ ਇਹਨੂੰ ਇਹ ਸਾਡੀ ਜਿਹੜੀ ਸਰਕਾਰ ਆ ਪੰਜਾਬ ਦੀ, ਜਿਹੜਾ ਭਵਿੱਖ ਹੋਊਗਾ ਉਹ ਲੋਕਲ ਮੁੱਦਿਆਂ ਤੇ ਲੋਕਲ ਪਰਮੂਟੇਸ਼ਨ ਕੰਬੀਨੇਸ਼ਨ 'ਚ ਕਿਹੜਾ ਬੰਦਾ ਕਿੰਨਾ ਭਰੋਸਾ ਦਿਵਾ ਸਕਦਾ ਉਹਦੇ ਮੁਤਾਬਕ ਜੋੜ ਤੋੜ ਵਿੱਚ ਹੋਊਗੀ, ਨਾ ਕਿ ਜਿਹੜੀ ਆਲ ਇੰਡੀਆ ਕਾਂਗਰਸ ਦੀ ਹਾਲਾਤ ਕਿਹੋ ਜਿਹੀ ਹੈ। ਹਾਂ, ਉਹ ਵਿੱਚ ਆ ਕੇ ਲੱਤ ਨਾ ਉਡਾਉਣ ਇੱਥੇ ਦੇ, ਜੇ ਲੱਤਾਂ ਉਹ ਵੀ ਉਡਾਉਣਗੇ ਜਾਂ ਹੋਰ ਵੀ ਬਾਹਰਲੀ ਲੀਡਰਸ਼ਿਪ ਜਿਵੇਂ ਕੇਜਰੀਵਾਲ ਆ ਕੇ ਆਪ ਆਪਣੀਆਂ ਲੱਤਾਂ ਫਸਾਈ ਬੈਠਾ, ਕੋਈ ਚੀਫ ਮਿਨਿਸਟਰ ਦਾ ਚਿਹਰਾ ਹੀ ਨਹੀਂ ਦਿੰਦਾ, ਜੇ ਬਾਹਰੋਂ ਆ ਕੇ ਇਸ ਤਰ੍ਹਾਂ ਦੀ ਕੋਈ ਲੱਤ ਫਸਾਉਣਗੇ ਜਾਂ ਅਜੇ ਵੀ ਜਿਸ ਤਰ੍ਹਾਂ ਅਕਾਲੀ ਦਲ ਬਾਰੇ ਵੀ ਕਿਹਾ ਜਾਂਦਾ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਜੀ ਬੀਜੇਪੀ ਪ੍ਰਭਾਵਿਤ ਕਰਦੀ ਹੈ, ਇਹੋ ਜਿਹਾ ਇੰਪ੍ਰੈਸ਼ਨ ਲੋਕਾਂ 'ਚ ਬਣਦਾ ਕਦੀ ਕਦੀ। ਇਹ ਗੱਲਾਂ ਜੇ ਨਾ ਹੋਣਗੀਆਂ, ਜੇ ਆਪਣੇ ਤੌਰ ਤੇ ਚੱਲਣਗੇ ਤੇ ਉਹ ਚੀਜ਼ਾਂ ਹੀ ਮੁੱਖ ਤੌਰ ਤੇ ਇੱਥੇ ਦੀ ਰਾਜਨੀਤੀ ਦੇ ਫੈਸਲਾ ਕਿਹੋ ਜਿਹਾ ਹੋਊਗਾ ਉਹਦੇ ਰਾਹੀਂ ਹੀ ਇੱਥੇ ਵੋਟਾਂ ਦੀ ਜਿਹੜੀ ਗਿਣਤੀ ਵੱਧ ਘੱਟ ਪਾਰਟੀਆਂ ਨੂੰ ਮਿਲਣ ਦੀ ਉਮੀਦ ਲੱਗਦੀ ਹੈ। ਹਾਂਜੀ ਜੀ ਬਿਲਕੁਲ। ਪ੍ਰੋਫੈਸਰ ਸਾਹਿਬ, ਆਖਰੀ ਮੇਰਾ ਸਵਾਲ ਹੈ ਕਿ ਅਡਾਨੀ ਦੀ ਬੰਦਰਗਾਹ ਤੋਂ ਮਿਲੇ ਨਸ਼ੇ ਦੀ ਖੇਪ ਨੂੰ ਲੈ ਕੇ ਉਸ ਪੱਧਰ ਤੇ ਚਰਚਾ ਨਹੀਂ ਹੋਈ। ਸਿਆਸੀ ਪਾਰਟੀਆਂ ਨੇ ਵੀ ਮਾੜਾ ਮੋਟਾ ਕਿਸੇ ਨਾ ਕਿਸੇ ਨੇ ਟਵੀਟ ਕਰਕੇ ਛੱਡਤਾ ਹੋਣਾ ਕਿ ਅਸੀਂ ਕੋਈ ਨਾ ਕੋਈ ਆਪਣੀ ਹਾਜ਼ਰੀ ਲਵਾ ਲਈਏ ਕਿ ਅਸੀਂ ਇਹਦੇ ਉੱਤੇ ਬਿਆਨ ਦਿੱਤਾ ਸੀ। ਪਰ ਜਦੋਂ ਹੁਣ ਪੰਜਾਬ ਦੇ ਵਿੱਚ ਛਾਪਾ ਪੈਂਦਾ, ਅਨਵਰ ਮਸੀਹ ਸੀਨੀਅਰ ਅਕਾਲੀ ਆਗੂ ਰਿਹਾ, ਉਹਦੇ ਤੇ ਵੀ ਪਿਛਲੇ ਸਮੇਂ ਦੇ ਵਿੱਚ ਹੈਰੋਇਨ ਦਾ ਪਰਚਾ ਪਿਆ, ਉਹਨੂੰ ਜੇਲ੍ਹ ਦੇ ਵਿੱਚ ਲਿਜਾਇਆ ਗਿਆ, ਬੜੀ ਪੁੱਛਤਾਛ ਹੋਈ। ਪਰ ਇਹ ਸਭ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਪਾਸੇ ਤਾਂ ਇਹ ਮਾਮਲਾ ਜਿਹੜਾ ਅਡਾਨੀ ਦੀ ਬੰਦਰਗਾਹ ਦਾ, ਦੂਜਾ ਪੰਜਾਬ ਦੇ ਵਿੱਚ ਉਹ ਬਹੁਤ ਕਰੋੜੀ ਨਸ਼ੇ ਦਾ ਮਾਮਲਾ। ਫਿਰ ਯੋਗੀ ਸਾਹਿਬ ਨੂੰ ਜਦੋਂ ਇਹੋ ਜਿਹੇ ਸਵਾਲ ਹੁੰਦੇ ਨੇ, ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਇੱਥੇ ਸਿਆਸਤ ਹੋ ਰਹੀ ਹੈ ਲਖੀਮਪੁਰ ਦੇ ਵਿੱਚ, ਤੁਹਾਡਾ ਕੀ ਕਹਿਣਾ, ਤਾਂ ਉਹ ਕਹਿੰਦੇ ਨੇ ਕਿ ਇਹਨਾਂ ਤੋਂ ਆਪਣਾ ਸੂਬਾ ਤਾਂ ਪੰਜਾਬ ਸਾਂਭਿਆ ਨਹੀਂ ਜਾਂਦਾ, ਉੱਥੇ ਇਹਨਾਂ ਦੀ ਆਪਦੀ ਸਿਆਸਤ ਦੇਖ ਲਓ, ਉੱਥੇ ਚਰਨਜੀਤ ਸਿੰਘ ਚੰਨੀ ਕਿੱਦਾਂ ਚੱਲਦੇ ਨੇ, ਇੱਕ ਡੀਜੀਪੀ ਨੂੰ ਲੈ ਕੇ ਇਹਨਾਂ ਦਾ ਰੌਲਾ ਪਿਆ ਹੋਇਆ, ਨਵਜੋਤ ਸਿੱਧੂ ਕਿੱਦਾਂ ਚੱਲਦੇ ਨੇ, ਇਸ ਪੂਰੇ ਸਿਨੈਰੀਓ ਨੂੰ ਕਿੱਦਾਂ ਦੇਖਦੇ ਹੋ? ਦੇਖੋ ਸੁਖਵਿੰਦਰ, ਜਿੱਥੇ ਤੱਕ ਸਵਾਲ ਚੰਨੀ ਤੇ ਨਵਜੋਤ ਸਿੰਘ ਸਿੱਧੂ ਦਾ ਆਪਸੀ ਰਿਲੇਸ਼ਨ ਦਾ ਆ, ਉਹਨਾਂ ਨੇ ਕੋਸ਼ਿਸ਼ ਤੇ ਕੀਤੀ ਹੈ ਦੱਸਣ ਦੀ ਵੀ ਅਸੀਂ ਇਕੱਠੇ ਹੀ ਆ। ਜਦੋਂ ਇੱਥੋਂ ਮੋਹਾਲੀ ਤੋਂ ਚੱਲੇ ਆ ਉਹ ਇਕੱਠੇ, ਉਹਨਾਂ ਨੇ ਆਪਣੇ ਕਿਸਾਨੀ ਦੇ ਝੰਡੇ ਲਹਿਰਾ ਕੇ ਦਿਖਾਈ, ਇਕੱਠਿਆਂ ਦੀ ਫੋਟੋ ਦਿਖਾਈ ਹੈ। ਪਰ ਇਹ ਮੈਂ ਤੇ ਪਹਿਲੇ ਦਿਨ ਹੀ ਕਿਹਾ ਸੀ ਵੀ ਇਹ ਘੈਂਸ ਜੀ ਚੱਲਦੀ ਰਹਿਣੀ ਆ, ਕਦੀ ਉਹਨੇ ਕਹਿਤਾ ਕੁਛ, ਉਹਨੇ ਕਹਿਤਾ, ਪਰ ਉਹ ਇੰਨੀ ਨਾ ਹੋਏ ਕਿ ਇਹਨਾਂ ਨੂੰ ਲੈ ਹੀ ਡੁੱਬੇ ਵੀ ਅੱਗ ਤੇ ਗਰਮੀ ਤੇ ਰਹੇ, ਗਰਮੀ ਦੀ ਕੋਈ ਗੱਲ ਨਹੀਂ, ਗਰਮੀ ਇੰਨੀ ਨਾ ਪੈਦਾ ਹੋ ਜਾਏ ਕਿ ਅੱਗੇ ਲੱਗ ਜਾਏ, ਫਿਰ ਤੇ ਬਚਣਾ ਮੁਸ਼ਕਲ ਆ, ਫਿਰ ਆਪਣਾ ਪੱਠਾ ਆਪ ਹੀ ਬਿਠਾਉਣਗੇ। ਉਹ ਤੇ ਇਹਨਾਂ ਦੀ ਆਪਸੀ ਅੰਦਰੂਨੀ ਸਮਝਦਾਰੀ ਤੇ ਲੋਕਾਂ ਪ੍ਰਤੀ ਕਿੰਨੀ ਦਿਆਨਤਦਾਰੀ ਆ, ਉਹਦਾ ਰਿਜ਼ਲਟ ਦੇ ਤੌਰ ਤੇ ਸਾਨੂੰ ਦੇਖਣਾ ਚਾਹੀਦਾ। ਜਿਹੜਾ ਅਡਾਨੀਆਂ ਦਾ ਹੈਗਾ, ਦੇਖੋ ਬਹੁਤ ਦੇਰ ਪਹਿਲਾਂ ਮਾਰਕਸ ਨੇ ਜਿਹੜਾ ਆਪਣਾ ਜਿਹਦੇ ਵਿੱਚ ਸਾਰੇ ਕਾਮਰੇਡ ਜਾਂ ਮਾਰਕਸਿਸਟ ਜਿਹਦੀ ਥਿਊਰੀ ਨੂੰ ਪੜ੍ਹ ਕੇ ਆਪਣੇ ਤੌਰ ਦੇ ਉੱਤੇ ਆਪਣੀ ਆਈਡੀਓਲੋਜੀ ਬਣਾਉਂਦੇ ਆ, ਉਹਨੇ, ਉਹ ਥਿੰਕਰ ਤੇ ਬਹੁਤ ਤਕੜਾ ਸੀ, ਅਸੀਂ ਯੂਨੀਵਰਸਿਟੀਆਂ ਚੋਂ ਵੀ ਉਹਨੂੰ ਸੋਸ਼ੀਓਲੋਜੀ 'ਚ ਲਗਾਤਾਰ ਪੜ੍ਹਾਉਂਦੇ। ਉਹਨੇ ਇੱਕ ਗੱਲ ਬੜੀ ਤਕੜੀ ਕਹੀ ਸੀ, ਉਹ ਇਹ ਕਹੀ ਸੀਗੀ ਕਿ ਦੇਖੋ ਜਿਹੜਾ ਕੈਪੀਟਲਿਸਟ ਆ ਉਹਨੂੰ ਸਵਾਏ ਆਪਣੇ ਨਫੇ ਤੋਂ, ਪ੍ਰੋਫਿਟ ਤੋਂ ਹੋਰ ਕੁਛ ਨਹੀਂ ਦੇਖਦਾ। ਜੇ ਬੰਦੇ ਵੇਚ ਕੇ ਆਉਂਦਾ, ਜਿਵੇਂ ਅਫਰੀਕਨ ਸਲੇਵ ਸਾਰੇ ਵੇਚਦੇ ਰਹੇ 18ਵੀਂ ਸਦੀ 19ਵੀਂ ਸਦੀ ਦੇ ਵਿੱਚ, ਸਾਰੇ ਜਿੰਨੇ ਵੀ ਹੁਣ ਅਫਰੀਕਨ ਲੋਕ ਉੱਥੇ ਬਲੈਕ ਲੋਕ ਹੈਗੇ ਆ ਅਮਰੀਕਾ ਦੇ ਵਿੱਚ, ਉਹਨਾਂ ਨੂੰ ਐਜ਼ ਏ ਸਲੇਵ ਹੀ ਇੱਥੋਂ ਭਰਤੀ ਕਰਕੇ ਲੈ ਗਏ ਸੀ, ਵੇਚਦੇ ਸੀਗੇ, ਉੱਥੇ ਮੰਡੀਆਂ ਲੱਗਦੀਆਂ ਸੀਗੀਆਂ। ਤੇ ਭਾਵੇਂ ਬੰਦੇ ਵੇਚ ਕੇ, ਤੇ ਭਾਵੇਂ ਉਹਨਾਂ ਦੇ ਹੱਡ, ਗੋਡੇ, ਕਿਡਨੀਆਂ, ਲਹੂ, ਜੋ ਕੁਝ ਮਰਜ਼ੀ ਵੇਚਿਆ ਜਾ ਸਕਦਾ ਵੇਚ ਕੇ ਬਣੇ, ਭਾਵੇਂ ਜ਼ਹਿਰਾਂ ਵੇਚ ਕੇ ਬਣੇ, ਜਿਸ ਤਰ੍ਹਾਂ ਹੁਣ ਨਸ਼ੇ ਹੈਗੇ ਆ, ਉਹਨਾਂ ਨੇ ਪ੍ਰੋਫਿਟ ਲੈਣਾ, ਉਹਨਾਂ ਦਾ ਨਿਸ਼ਾਨਾ ਪੈਸਾ ਕਮਾਉਣਾ ਹੁੰਦਾ। ਉਹਦਾ ਸਮਾਜਿਕ ਅਸਰ ਕੀ ਹੁੰਦਾ, ਸਮਾਜ ਕਿੱਧਰ ਨੂੰ ਜਾਂਦਾ, ਸਮਾਜ ਡੁੱਬਦਾ, ਸਮਾਜ ਖੁਸ਼ਹਾਲ ਹੁੰਦਾ, ਉਹਨਾਂ ਦਾ ਕੋਈ ਸਰੋਕਾਰ ਨਹੀਂ। ਜੇ ਇੱਥੇ ਸਮਾਜ ਡੁੱਬ ਜੂ, ਜਿਵੇਂ ਪੈਰਾਸਾਈਟ ਦਾ ਕੀ ਕੰਮ ਹੁੰਦਾ, ਜੇ ਇੱਕ ਤੇ ਉਹਦਾ ਹੋਸਟ ਮਰ ਗਿਆ ਜਿਹਦੇ ਤੇ ਉਹ ਖੂਨ ਚੂਸ ਰਿਹਾ, ਉਹ ਨਾਲ ਦੇ ਤੇ ਚਲੇ ਜਾਊ, ਜੇ ਉੱਥੇ ਉਹ ਵੀ ਮਰ ਗਿਆ ਫਿਰ ਉਹ ਤੀਜੇ ਤੇ ਚਲੇ ਜਾਊ। ਇਸ ਕਿਸਮ ਦਾ ਉਹਨਾਂ ਦਾ ਕੰਮ ਹੁੰਦਾ। ਇਹ ਇਹਨਾਂ ਲੋਕਾਂ ਦਾ, ਅਡਾਨੀਆਂ, ਅੰਬਾਨੀਆਂ ਦਾ ਕੋਈ ਦੇਸ਼ ਭਗਤੀ ਨਾਲ ਸਰੋਕਾਰ ਨਹੀਂ, ਕੋਈ ਕਿਸੇ ਦੇਸ਼ ਦੇ ਵਿੱਚ ਇਹਨਾਂ ਦੀ ਖਾਸ ਇਹਨਾਂ ਨੂੰ ਪਿਆਰ ਜਾਂ ਰੂਟਿੰਗ ਨਹੀਂ ਹੁੰਦੀ। ਜਿੱਥੇ ਪੈਸਾ ਇਹਨਾਂ ਨੂੰ ਮਿਲੂਗਾ ਦੁਨੀਆ ਦੇ ਵਿੱਚ, ਉੱਥੇ ਨੂੰ ਭੱਜ ਲੈਣਗੇ। ਇਹਨਾਂ ਦਾ ਕੋਈ ਦੇਸ਼ ਨਹੀਂ, ਕੋਈ ਭਾਸ਼ਾ ਨਹੀਂ, ਕੋਈ ਧਰਮ ਨਹੀਂ, ਇਹਨਾਂ ਦਾ ਇੱਕੋ ਹੀ ਧਰਮ ਆ, ਪੈਸਾ। ਇਹੀ ਕਾਰਨ ਆ ਕਿ ਜਦੋਂ ਅਡਾਨੀਆਂ ਨੂੰ 에ਅਰਪੋਰਟ ਸਾਰੇ ਦੇ ਦੋਗੇ, ਉਹਨਾਂ ਨੂੰ ਬੰਦਰਗਾਹਾਂ ਸਾਰੀਆਂ ਫੜਾ ਦੋਗੇ,
ਤਾਂ ਫਿਰ ਦੇਖਿਓ ਕੀ ਤਮਾਸ਼ਾ ਹੁੰਦਾ, ਕਿੱਧਰ ਨੂੰ ਦੇਸ਼ ਜਾਂਦਾ। ਫਿਰ ਉਹ ਦੇਸ਼ ਨੂੰ ਬਚਾਉਣਾ ਕਿ ਖਤਮ ਕਰਨਾ, ਦੇਸ਼ ਨੂੰ ਡਿਫੈਂਸ ਦੇ ਵਿੱਚ ਖਤਰੇ 'ਚ ਪਾਉਣਾ, ਜਾਂ ਦੇਸ਼ ਦੇ ਸਮਾਜਿਕ ਜਿਹੜੀ ਹੈਲਥ ਹੈ ਲੋਕਾਂ ਦੀ ਸਿਹਤ ਉਸ ਨੂੰ ਬਚਾਉਣਾ ਕਿ ਡੋਬਣਾ, ਫਿਰ ਇਹ ਲੋਕ ਤੈਅ ਕਰਨਗੇ। ਔਰ ਉਹ ਤੈਅ ਕਰਨਗੇ ਉਸ ਬੁਨਿਆਦ ਤੇ ਕਿ ਨਫਾ ਕਿਹਨੂੰ ਕਿੰਨਾ ਕਿੱਥੋਂ ਹੋ ਸਕਦਾ। ਬਾਕੀ ਉਹਨਾਂ ਦਾ ਕੋਈ ਸਰੋਕਾਰ ਨਹੀਂ ਹੈ। ਮੈਂ ਤੇ ਅਡਾਨੀ ਦੀ ਬੰਦਰਗਾਹ ਤੋਂ 3000 ਕਿਲੋ ਦਾ ਹੈਰੋਇਨ ਮਿਲਣੀ, ਜਿਹੜੀ ਕਿ ਸੈਂਕੜੇ ਕਰੋੜਾਂ 2100 ਕਰੋੜ ਦੀ ਕੋਈ ਕਹਿ ਰਿਹਾ 2100 ਕਰੋੜ ਦੀ ਬਣਦੀ ਹੈ, ਇਹ ਤੋਂ ਵੱਧ ਵੀ ਹੋ ਸਕਦੀ ਹੈ। ਉਹ ਏਡੀ ਵੱਡੀ ਖੇਪ, ਕਿਉਂਕਿ 5 ਕਰੋੜ ਪਰ ਕਿਲੋ ਦਾ ਕਹਿੰਦੇ ਆ, ਬਾਕੀ ਤੁਸੀਂ ਮਲਟੀਪਲਾਈ ਕਰਕੇ ਦੇਖ ਲਓ। ਉਹ ਬਹੁਤ ਵੱਡਾ ਅਮਾਊਂਟ ਹੈਗਾ। ਮੇਰਾ ਖਿਆਲ ਇੰਡੀਆ ਦੀ ਹਿਸਟਰੀ 'ਚ ਸਭ ਤੋਂ ਵੱਡਾ ਅਮਾਊਂਟ ਹੈ। ਪਰ ਜਿੱਥੋਂ ਤੱਕ ਮੀਡੀਆ ਦਾ ਦੇਖੋ, ਇੱਕ ਮਾੜੀ ਜੀ ਖਬਰ ਦੇ ਕੇ ਮੁੜ ਕੇ ਕੋਈ ਗੱਲ ਨਹੀਂ ਕਰਦੇ। ਅੱਜ ਜ਼ਰੂਰ ਪਤਾ ਚੱਲਾ ਕਿ NIA ਨੇ ਉਹ ਅਨਵਰ ਮਸੀਹ ਦੇ ਘਰ ਛਾਪਾ ਮਾਰ ਕੇ ਉਸ ਸਬੰਧ ਦੇ ਵਿੱਚ ਕੁਝ ਇਨਕੁਆਇਰੀ ਨੂੰ ਅੱਗੇ ਤੋਰਿਆ। ਕਿਸੇ ਨਾ ਕਿਸੇ ਨੂੰ ਸਕੇਪ ਗੋਟ ਬਣਾ ਲੈਣਗੇ, ਪਰ ਜਿਹੜੇ ਮੁੱਖ ਕਾਰੋਬਾਰੀ ਹੈ ਉਹ ਕਦੀ ਵੀ ਸਾਹਮਣੇ ਨਹੀਂ ਆਉਂਦੇ। ਇਹੋ ਸਾਡੇ ਦੇਸ਼ ਦਾ ਦਿਖਾਂਤ ਹੈ। ਹਾਂਜੀ ਜੀ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਹੋਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਗੱਲਬਾਤ ਕੀਤੀ ਹੈ ਅਸੀਂ ਕੁਝ ਵੱਡੀਆਂ ਖਬਰਾਂ ਜਿਹੜੀਆਂ ਅੰਦੋਲਨ ਦੇ ਨਾਲ ਜੁੜੀਆਂ ਨੇ ਤੇ ਲਖੀਮਪੁਰ ਜਿਹੜੀ ਸਿਆਸਤ ਹੋ ਰਹੀ ਹੈ ਉਸ ਉੱਤੇ ਅਸੀਂ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।